ਤੇ ਜਾਵਾਂਗੇ ਤਾਂ ਅੱਜ ਦੇ ਐਪੀਸੋਡ ਵਿੱਚ ਅਸੀਂ ਜ਼ਬੂਰ 9 ਤੇ ਗੌਰ ਕਰਾਂਗੇ। ਸਾਡੇ ਵਿੱਚ ਅੱਜ ਆਂਟੀ ਜੋਤੀ ਵਚਨ ਵਿੱਚ ਪੜ੍ਹਨਗੇ ਤੇ ਪਾਸਟਰ ਐਰਿਕ ਇਹਨਾਂ ਤੇ ਰਿਫਲੈਕਸ਼ਨ ਦੇਣਗੇ। ਇਸ ਤੋਂ ਪਹਿਲਾਂ ਕਿ ਅਸੀਂ ਅੱਜ ਦੀ ਰੀਡਿੰਗ ਵਿੱਚ ਜਾਈਏ, ਮੈਂ ਦਰਖਾਸਤ ਕਰਾਂਗੀ ਕਿ ਪਾਸਟਰ ਐਰਿਕ ਸਾਨੂੰ ਦੁਆ ਵਿੱਚ ਲੈ ਕੇ ਜਾਣ। ਆਈਏ ਅਜ਼ੀਜ਼ੋ, ਅਸੀਂ ਆਪਣੇ ਆਪ ਨੂੰ ਖੁਦਾ ਦੇ ਹੱਥ 'ਚ ਰੱਖੀਏ ਔਰ ਖੁਦਾ ਦੇ ਕਲਾਮ ਲਈ ਔਰ ਖਾਸ ਤੌਰ ਤੇ ਜ਼ਬੂਰ ਨੰਬਰ 9 ਨੂੰ ਸਿੱਖਣ ਲਈ ਅੱਜ ਅਸੀਂ ਆਪਣੇ ਆਪ ਨੂੰ ਖੁਦਾ ਦੇ ਹੱਥ 'ਚ ਦੇਵਾਂਗੇ। ਆਓ ਅਸੀਂ ਦੁਆ ਕਰੀਏ। ਖੁਦਾਵੰਦ ਅਸਮਾਨੀ ਬਾਪ, ਅਸੀਂ ਤੇਰਾ ਸ਼ੁਕਰ ਅਦਾ ਕਰਨੇ ਆ, ਤੂੰ ਸਾਨੂੰ ਅੱਜ ਇਕੱਠੀਆਂ ਕੀਤਾ ਔਰ ਇਸ ਟੈਕਨੋਲੋਜੀ ਦੇ ਵਸੀਲੇ ਸਾਨੂੰ ਮੌਕਾ ਦਿੱਤਾ। ਅਸੀਂ ਨਾ ਸਿਰਫ ਤੇਰੇ ਕਲਾਮ ਤੇ ਗੌਰ ਕਰੀਏ ਬਲਕਿ ਆਪਣੇ ਭੈਣਾਂ ਭਰਾਵਾਂ ਦੇ ਨਾਲ ਜਿਹੜੇ ਸਾਨੂੰ ਇਸ ਵੇਲੇ ਵੇਖ ਰਹੇ ਨੇ ਜਾਂ ਜਿਹੜੇ ਸਾਡੇ ਨਾਲ ਇਸ ਵੇਲੇ ਰਲਣਗੇ, ਜਿਹੜੇ ਰਿਕਾਰਡਿੰਗ ਵੇਖਣਗੇ, ਉਹ ਇਸ ਕਲਾਮ ਦੇ ਵਸੀਲੇ ਬਰਕਤ ਪਾ ਸਕਣ। ਅਸੀਂ ਤੇਰੇ ਬੰਦਾ ਦਾਊਦ ਦੀ ਖਿਦਮਤ ਲਈ ਔਰ ਇਹਨਾਂ ਜ਼ਬੂਰਾਂ ਵਾਸਤੇ ਤੇਰਾ ਸ਼ੁਕਰ ਅਦਾ ਕਰਨ ਦਾ ਤੇਰਾ ਇਲਹਾਮ ਹੈ। ਸਾਡੇ ਵਾਸਤੇ ਇਹਨੂੰ ਬਾਇਸ ਬਰਕਤ ਬਣਾਈ, ਯਿਸੂ ਮਸੀਹ ਦੇ ਨਾਮ ਤੇ ਮੰਗਦੇ ਹਾਂ, ਆਮੀਨ। ਆਮੀਨ। ਥੈਂਕ ਯੂ ਪਾਸਟਰ ਐਰਿਕ। ਸਾਡੇ ਵਿੱਚ ਅੱਜ ਸਾਡੇ ਮਿਊਜ਼ੀਸ਼ੀਅਨ ਅੰਕਲ ਕਾਸ਼ਿਫ ਮੌਜੂਦ ਤਾਂ ਨਹੀਂ ਹੈ, ਬਟ ਉਹਨਾਂ ਦੀ ਰਿਕਾਰਡਿੰਗ ਸਾਡੇ ਨਾਲ ਮੌਜੂਦ ਹੈ ਤਾਂ ਅਸੀਂ ਜ਼ਬੂਰ 9 ਦਾ ਪਹਿਲਾ ਅੰਤਰਾ ਉਹਨਾਂ ਦੀ ਰਿਕਾਰਡਿੰਗ ਵਿੱਚ ਸੁਣਾਂਗੇ। ਓਕੇ ਜੀ, ਸੋ ਮੈਂ ਹੁਣ ਉਹਨਾਂ ਦਾ ਕਾਸ਼ਿਫ ਸਾਹਿਬ ਦਾ ਜਿਹੜਾ ਹੁਣ ਅਸੀਂ ਸ਼ੇਅਰ ਕਰਨੇ ਆ। रब में सारे दिल की तारीफ तेरी गा, तेरे अचरज कन्ना बहाल कह सुना। या रब में सारे दिल की तुझ विच मेरी खुशी है, खुशहाल मैं रहांगा। हाँ तेरे पाक नाम दी तारीफ मैं करांगा। या रब मैं सारे दिल की तारीफ तेरी गा। ਥੈਂਕ ਯੂ ਇਸ ਰਿਕਾਰਡਿੰਗ ਲਈ। ਆਓ ਹੁਣ ਅਸੀਂ ਅੱਜ ਦੀ ਰੀਡਿੰਗ ਵਿੱਚ ਚੱਲਾਂਗੇ ਆਂਟੀ ਜੋਤੀ ਦੇ ਨਾਲ। ਸਾਰਿਆਂ ਨੂੰ ਜੈ ਮਸੀਹ ਦੀ, ਜਿੰਨੇ ਵੀ ਇਸ ਵਕਤ ਭੈਣ ਭਰਾ ਸਾਨੂੰ ਆਨਲਾਈਨ ਦੇਖ ਰਹੇ ਹਨ, ਖੁਦਾਵੰਦ ਤੁਹਾਨੂੰ ਸਾਰਿਆਂ ਨੂੰ ਬਰਕਤ ਦੇਵੇ। ਅੱਜ ਅਸੀਂ ਲੈ ਕੇ ਹਾਜ਼ਰ ਹੋਏ ਹਾਂ ਜ਼ਬੂਰ ਨੰਬਰ 9। ਇਹ ਦਾਊਦ ਦੇ ਭਜਨ ਹੈ। ਇਸ ਦਾ ਜੋ ਮੇਨ ਟਾਈਟਲ ਹੈ ਉਹ ਹੈ ਪਰਮੇਸ਼ਵਰ ਦੇ ਨਿਆਂ ਲਈ ਉਸ ਦਾ ਧੰਨਵਾਦ, ਸੰਗੀਤ ਦਲ ਦੇ ਆਗੂ ਲਈ ਮੂਲ ਲਮੈਨ ਉੱਤੇ ਦਾਊਦ ਦਾ ਭਜਨ। ਮੈਂ ਇਸ ਦੀ ਪਹਿਲੀ ਆਇਤ ਪੜਾਂਗੀ। ਪ੍ਰਭੂ ਦਾ ਧੰਨਵਾਦ ਮੈਂ ਆਪਣੇ ਪੂਰੇ ਦਿਲ ਨਾਲ ਕਰਾਂਗਾ, ਉਸਦੇ ਸਭ ਅਦਭੁਤ ਕੰਮ ਦਾ ਮੈਂ ਵਰਣਨ ਕਰਾਂਗਾ। ਹੇ ਪਰਮ ਪ੍ਰਧਾਨ, ਮੈਂ ਤੇਰੇ ਕਾਰਨ ਬਹੁਤ ਆਨੰਦਿਤ ਹੋਵਾਂਗਾ, ਮੈਂ ਤੇਰੇ ਨਾਂ ਦੀ ਵਡਿਆਈ ਕਰਾਂਗਾ। ਮੇਰੇ ਵੈਰੀ ਪਿਛਾਂਹ ਮੁੜ ਜਾਂਦੇ ਹਨ, ਉਹ ਤੇਰੇ ਸਾਹਮਣੇ ਡਿੱਗ ਕੇ ਨਾਸ਼ ਹੋ ਜਾਂਦੇ ਹਨ। ਤੂੰ ਸਿੰਘਾਸਨ ਉੱਤੇ ਸੱਚ ਨਿਆਂਕਰਤਾ ਦੇ ਵਾਂਗ ਬੈਠਦਾ ਹੈ, ਤੂੰ ਮੇਰੇ ਹੱਕ ਵਿੱਚ ਫੈਸਲਾ ਦਿੰਦਾ ਹੈ। ਤੂੰ ਪਰਾਈਆਂ ਕੌਮਾਂ ਨੂੰ ਝਿੜਕਿਆ ਹੈ, ਤੂੰ ਦੁਸ਼ਟਾਂ ਨੂੰ ਨਾਸ਼ ਕੀਤਾ ਹੈ, ਤੂੰ ਉਹਨਾਂ ਦਾ ਨਾਮੋ ਨਿਸ਼ਾਨ ਮਿਟਾ ਦਿੱਤਾ ਹੈ। ਸਾਡੇ ਵੈਰੀਆਂ ਦਾ ਹਮੇਸ਼ਾ ਲਈ ਅੰਤ ਹੋ ਗਿਆ ਹੈ, ਤੂੰ ਉਹਨਾਂ ਦੇ ਸ਼ਹਿਰਾਂ ਨੂੰ ਤਬਾਹ ਕਰ ਦਿੱਤਾ ਅਤੇ ਉਹਨਾਂ ਦੀ ਯਾਦ ਤੱਕ ਖਤਮ ਹੋ ਚੁੱਕੀ ਹੈ। ਪ੍ਰਭੂ ਸਿੰਘਾਸਨ ਉੱਤੇ ਹਮੇਸ਼ਾ ਦੇ ਲਈ ਬੈਠਾ ਹੈ, ਉਸਨੇ ਨਿਆਂ ਦੇ ਲਈ ਆਪਣਾ ਸਿੰਘਾਸਨ ਲਾ ਰੱਖਿਆ ਹੈ, ਉਸਦੇ ਰਾਹ ਦਾ ਆਧਾਰ ਸੱਚ ਹੈ। ਉਹ ਕੌਮਾਂ ਦਾ ਨਿਆਂ ਸੱਚ ਦੇ ਆਧਾਰ ਤੇ ਕਰਦਾ ਹੈ। ਪ੍ਰਭੂ ਜ਼ੁਲਮ ਹੇਠ ਪਿਸ ਰਹੇ ਲੋਕਾਂ ਦਾ ਕਿਲਾ ਹੈ, ਉਹ ਦੁੱਖ ਦੇ ਸਮੇਂ ਲਈ ਉਹਨਾਂ ਦਾ ਆਸਰਾ ਹੈ। ਜੋ ਤੇਰੇ ਨਾਂ ਨੂੰ ਜਾਣਦੇ ਹਨ ਉਹ ਤੇਰੇ ਤੇ ਭਰੋਸਾ ਰੱਖਦੇ ਹਨ। ਪ੍ਰਭੂ ਤੂੰ ਆਪਣੇ ਕੋਲ ਆਉਣ ਵਾਲਿਆਂ ਨੂੰ ਕਦੀ ਛੱਡਦਾ ਨਹੀਂ। ਪ੍ਰਭੂ ਦੀ ਵਡਿਆਈ ਕਰੋ, ਉਹ ਸਿਓਨ ਵਿੱਚ ਰਹਿੰਦਾ ਹੈ। ਉਸਦੇ ਕੰਮਾਂ ਦਾ ਬਾਰੇ ਲੋਕਾਂ ਨੂੰ ਦੱਸੋ। ਉਹ ਖੂਨ ਦਾ ਬਦਲਾ ਲੈਂਦਿਆਂ ਨਿਤਾਣਿਆਂ ਨੂੰ ਯਾਦ ਕਰਦਾ ਹੈ, ਉਹ ਉਹਨਾਂ ਦੀ ਪੁਕਾਰ ਨੂੰ ਭੁੱਲਦਾ ਨਹੀਂ ਹੈ। ਹੇ ਪ੍ਰਭੂ, ਤੂੰ ਮੇਰੇ ਤੇ ਦਇਆ ਕਰ, ਤੂੰ ਮੇਰੇ ਉਹਨਾਂ ਦੁੱਖਾਂ ਨੂੰ ਦੇਖ ਜੋ ਮੈਨੂੰ ਮੇਰੇ ਬੈਰੀਆਂ ਤੋਂ ਮਿਲੇ ਹਨ। ਤੂੰ ਤਾਂ ਮੈਨੂੰ ਮੌਤ ਦੇ ਮੂੰਹ ਵਿੱਚੋਂ ਬਾਹਰ ਕੱਢਿਆ ਹੈ। ਮੈਂ ਸਿਓਨ ਦੇ ਲੋਕਾਂ ਸਾਹਮਣੇ ਤੇਰੀਆਂ ਸਭ ਵਡਿਆਈ ਬਾਰੇ ਦੱਸਾਂਗਾ। ਮੈਂ ਤੇਰੇ ਤੋਂ ਮਿਲੇ ਛੁਟਕਾਰੇ ਲਈ ਆਨੰਦਿਤ ਹੋਵਾਂਗਾ। ਪਰਾਈਆਂ ਕੌਮਾਂ ਦੇ ਲੋਕ ਆਪਣੇ ਪੁੱਟੇ ਟੋਇਆਂ ਵਿੱਚ ਆਪ ਹੀ ਡਿੱਗ ਪੈਂਦੇ ਹਨ, ਉਹ ਆਪ ਹੀ ਆਪਣੇ ਫੰਦਿਆਂ ਵਿੱਚ ਫਸ ਚੁੱਕੇ ਹਨ। ਪ੍ਰਭੂ ਨੇ ਆਪਣੇ ਆਪ ਨੂੰ ਆਪਣੇ ਕੀਤੇ ਨਿਆਂ ਦੇ ਦੁਆਰਾ ਪ੍ਰਗਟ ਕੀਤਾ ਹੈ। ਬੁਰੇ ਲੋਕ ਆਪਣੇ ਹੱਥਾਂ ਦੇ ਕੀਤੇ ਕੰਮਾਂ ਵਿੱਚ ਫਸ ਗਏ ਹਨ। ਬੁਰੇ ਲੋਕਾਂ ਦਾ ਟਿਕਾਣਾ ਨਰਕ ਕੁੰਡ ਹੀ ਹੈ, ਉਹਨਾਂ ਕੌਮਾਂ ਦਾ ਵੀ ਜੋ ਪਰਮੇਸ਼ਵਰ ਨੂੰ ਭੁੱਲ ਚੁੱਕੀਆਂ ਹਨ। ਲੋੜਵੰਦ ਹਮੇਸ਼ਾ ਭੁੱਲੇ ਨਹੀਂ ਰਹਿਣਗੇ,
ਨਾ ਹੀ ਗਰੀਬਾਂ ਦੀ ਉਮੀਦ ਹਮੇਸ਼ਾ ਖਤਮ ਕੀਤੀ ਜਾਵੇਗੀ। हे ਪ੍ਰਭੂ, ਉੱਠ ਮਨੁੱਖ ਨੂੰ ਆਪਣੇ ਸਾਹਮਣੇ ਆਕੀ ਨਾ ਹੋਣ ਦੇ, ਤੇਰੇ ਸਾਹਮਣੇ ਕੌਮਾਂ ਦਾ ਨਿਆਂ ਕੀਤਾ ਜਾਵੇ। हे ਪ੍ਰਭੂ, ਉਹਨਾਂ ਨੂੰ ਤੂੰ ਆਪਣੇ ਭੈ ਹੇਠ ਕਰ, ਤੂੰ ਉਹਨਾਂ ਨੂੰ ਚਿੰਤਾ ਦੇ ਕਿ ਉਹ ਕੇਵਲ ਮਨੁੱਖ ਹੀ ਹਨ। ਸਲਾਮ। ਪ੍ਰਭੂ ਦੇ ਵਚਨ ਪੜ੍ਹੇ ਔਰ ਸੁਣੇ ਜਾਣ ਵਿੱਚ ਆਸ਼ੀਸ਼ ਤੇ ਬਰਕਤ ਹੋਵੇ। ਆਮੀਨ। ਆਮੀਨ। ਥੈਂਕ ਯੂ ਇਸ ਰੀਡਿੰਗ ਲਈ। ਵਚਨ ਵਿੱਚ ਜਾਣ ਤੋਂ ਪਹਿਲਾਂ ਮੈਂ ਰਿਕੁਐਸਟ ਕਰਾਂਗੀ ਕਿ ਪਾਸਟਰ ਐਰਿਕ ਜੋ ਜ਼ਬੂਰ 9 ਦਾ ਦੂਸਰਾ ਅੰਤ ਆ ਉਹਦੀ ਰਿਕਾਰਡਿੰਗ ਸਾਨੂੰ ਸੁਣਾਉਣਗੇ। या रब हमेशा कर कायम है तख्त तेरा, या रब हमेशा कर कायम है तख्त तेरा, वास्ते आंदे तख्त अपना है विछाया, दुनिया दा तू करेगा इंसाफ सच्चा, या रब इंसाफ सच्चा, या रब सच्चाई नाल होंदे कौमां दे फैसले सब, या रब हमेशा कर कायम है तख्त तेरा। ਥੈਂਕ ਯੂ ਇਸ ਰਿਕਾਰਡਿੰਗ ਲਈ। ਆਓ ਹੁਣ ਅਸੀਂ ਪਾਸਟਰ ਐਰਿਕ ਸਰਵਰ ਦੇ ਨਾਲ ਕਲਾਮ ਦੇ ਰਿਫਲੈਕਸ਼ਨ ਤੇ ਇੰਟਰਪ੍ਰੀਟੇਸ਼ਨ ਵਿੱਚ ਜਾਵਾਂਗੇ। ਜੀ ਬਹੁਤ ਬਹੁਤ ਸ਼ੁਕਰੀਆ ਐਂਜਲ, ਸਿਸਟਰ ਜੋਤੀ ਔਰ ਜਿੰਨੇ ਸਾਡੇ ਭੈਣ ਭਰਾ ਸੱਜਣ ਮਿੱਤਰ ਯਾਰ ਦੋਸਤ ਔਰ ਸਾਡੇ ਸਾਰੇ ਲੋਕੀ ਜਿੰਨੇ ਇਸ ਵੇਲੇ ਸਾਨੂੰ ਸਾਡੇ ਨਾਲ ਜੁੜੇ ਹੋਏ ਨੇ, ਉਹਨਾਂ ਸਾਰਿਆਂ ਲਈ ਅਸੀਂ ਖੁਦਾ ਦਾ ਸ਼ੁਕਰ ਅਦਾ ਕਰਨੇ ਆ। ਔਰ ਜਿੰਨੇ ਲੋਕ ਰਿਕਾਰਡਿੰਗ ਵੇਖਣਗੇ, ਜਿੰਨੇ ਲੋਕ ਬਾਅਦ ਚੋਂ ਲਾਈਵ ਸਟ੍ਰੀਮ ਵੇਖਣਗੇ, ਤੁਹਾਡਾ ਸਾਰਿਆਂ ਦਾ ਸਵਾਗਤ, ਵੈਲਕਮ। ਖੁਦਾਵੰਦ ਯਿਸੂ ਮਸੀਹ ਦੀ ਸਲਾਮਤੀ ਤੁਹਾਡੇ ਨਾਲ ਹੋਵੇ। ਔਰ ਅੱਜ ਅਸੀਂ ਗੌਰ ਕਰ ਰਹੇ ਹਾਂ ਜ਼ਬੂਰ ਨੰਬਰ 9 ਦੇ ਉੱਤੇ। ਔਰ ਜ਼ਬੂਰ ਨੰਬਰ 9 ਜਿਹੜਾ ਵੇ, ਜਿਹੜੀ ਟਿਊਨ ਹੁਣ ਆਪਣਾ ਚੌਹਾਨ ਸਾਹਿਬ ਨੇ ਰਿਕਾਰਡਿੰਗ ਸਾਨੂੰ ਘੱਲੀ ਹੈ ਔਰ ਜਿਹੜੀ ਉਹਨਾਂ ਵਜਾਈ ਜਾਂ ਗਾਈ ਹੈ ਜਿਹੜੀ ਉਹਨਾਂ, ਉਹ ਤੁਸੀਂ ਵੇਖਿਆ ਵੇ ਕਿ ਬੜੀ ਮਸ਼ਹੂਰ ਆਇਤਾਂ ਨੇ ਜਿਹੜੀਆਂ ਕਿ ਅਸੀਂ ਗਾਉਂਦੇ ਹਾਂ ਮੋਸਟਲੀ, ਜਿਹੜੀਆਂ ਨੇ ਆਪਣਾ ਅਸੀਂ ਗਾਉਂਦੇ ਹਾਂ 7ਵੀਂ ਆਇਤ ਤੋਂ ਲੈ ਕੇ ਤੇ 11ਵੀਂ ਆਇਤ ਤੱਕ, ਬਲਕਿ 12ਵੀਂ ਆਇਤ, 7 ਤੋਂ 12 ਆਇਤਾਂ ਨੇ ਜਿਹੜੀਆਂ ਅਸੀਂ ਇਹ ਗਾਉਂਦੇ ਹਾਂ। ਦਾਇਮ ਯਹੋਵਾ ਯਾ ਰੱਬ ਕਾਇਮ ਹੈ ਤਖਤ ਤੇਰਾ। ਸੋ ਇਹ ਬੜਾ ਮਸ਼ਹੂਰ ਜ਼ਬੂਰ ਹੈ ਸਾਰੇ ਗਾਣੇ, ਲੇਕਿਨ ਸਿਰਫ ਇਹ 4 ਜਾਂ 5 ਆਇਤਾਂ ਨੇ। ਇਹ ਜ਼ਬੂਰ ਦੀਆਂ ਹੋਰ ਵੀ ਹਿੱਸੇ ਨੇ ਜਿਹੜੀਆਂ ਪੂਰਾ ਜ਼ਬੂਰ ਹੈ। ਪਹਿਲਾ ਹਿੱਸਾ ਆਹ ਤੁਹਾਨੂੰ ਸ਼ੁਰੂ ਸੁਣਾਇਆ ਵੇ, ਇਹ ਮਿਡਲ ਵਾਲਾ ਵੀ, ਔਰ ਜਿਹੜਾ ਇਹਦਾ ਆਖਰੀ ਪਾਰਟ ਜਿਹੜਾ 100 ਸਾਲ ਪਹਿਲਾਂ ਪਾਦਰੀ ਇਮਾਮਦੀਨ ਸ਼ਬਾਦ ਔਰ ਜਿਹੜੇ ਗਵਈਆ ਸੀ ਰਾਧਾ ਕਿਸ਼ਨ, ਉਹਨਾਂ ਨੇ ਜਦੋਂ ਇਹਨੂੰ ਕੰਪੋਜ਼ ਕੀਤਾ ਜ਼ਬੂਰਾਂ ਦੀ ਟੀਮ ਨੇ ਇਹਨੂੰ ਜਦੋਂ ਲਿਖਿਆ, ਉਹ ਅਸੀਂ ਤੁਹਾਨੂੰ ਆਖਰ ਵਿੱਚ ਸੁਣਾਵਾਂਗੇ। ਲੇਕਿਨ ਆਓ ਅਸੀਂ ਜ਼ਬੂਰ ਨੰਬਰ 9 ਦੇ ਟੈਕਸਟ 'ਚ ਚੱਲੀਏ। ਜ਼ਬੂਰ ਨੰਬਰ 9 ਸਾਨੂੰ ਕੀ ਕਹਿ ਰਿਹਾ ਅੱਜ। ਜਿਵੇਂ ਮੈਂ ਪਹਿਲਾਂ ਜ਼ਿਕਰ ਕਰ ਚੁੱਕਿਆ, ਅਸੀਂ ਫੋਕਸ ਕਰ ਰਹੇ ਹਾਂ ਦਾਊਦ ਦੇ ਜ਼ਬੂਰਾਂ ਉੱਤੇ। ਔਰ ਦਾਊਦ ਦੇ ਕੁੱਲ ਤਕਰੀਬਨ ਪੂਰੇ 150 ਜ਼ਬੂਰਾਂ ਦੇ ਵਿੱਚ 72-73 ਦੇ ਕਰੀਬ ਜ਼ਬੂਰ ਨੇ ਜਿਹੜੇ ਦਾਊਦ ਦੇ ਨਾਂ ਦੇ ਉੱਤੇ, ਠੀਕ ਹੈ। ਔਰ ਉਹ ਜਿਹੜੇ ਜ਼ਬੂਰ ਨੇ ਉਹਨਾਂ ਨੂੰ ਕਈ ਵਾਰੀ ਦਾਊਦ ਦਾ ਮਸ਼ਕੀਲ ਕਿਹਾ ਗਿਆ ਵੇ ਇਬਰਾਨੀ ਜ਼ਬਾਨ ਦੇ ਵਿੱਚ, ਕਈ ਵਾਰੀ ਮਿਕਤਾਮ ਕਿਹਾ ਗਿਆ ਵੇ, ਔਰ ਜਿਹੜਾ ਸਾਡੇ ਕੋਲ ਤਰਜਮਾ ਹੋਇਆ ਵੇ ਉਰਦੂ ਜ਼ਬਾਨ ਦੇ ਵਿੱਚ ਉੱਥੇ ਲਿਖਿਆ ਵੇ ਮੇਰੀ ਮੁਗੰਨੀ ਕੇ लिए मौत लबीन के सुर पर दाऊद का मजमूर। ठीक है जी, ओके। सो मजमूर भी क्या गया, जबूर मजमूर ऐसी लिरिकल पोएट्री ਜਿਹੜੀ ਸ਼ਾਇਰੀ ਜਿਹੜੀ ਤਾਰਦਾਰ ਸਾਜ਼ਾਂ ਦੇ ਨਾਲ ਗਾਈ ਜਾ ਸਕੇ। ਸੋ ਸਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਸਾਰੇ ਜ਼ਬੂਰ ਇਸ ਲਈ ਲਿਖੇ ਗਏ ਹਨ ਕਿ ਇਹਨਾਂ ਨੂੰ ਗਾਇਆ ਜਾਏ। ਸੋ ਇਸ ਲਈ ਮੀਰ ਮੁਗੰਨੀ ਤੁਹਾਨੂੰ ਸਾਰਿਆਂ ਨੂੰ ਪਤਾ ਵੀ, ਔਰ ਮੀਰ ਮੁਗੰਨੀ ਵੀ ਆਲ ਨੋ ਦੈਟ ਹੂ ਵਾਸ ਮੀਰ ਮੁਗੰਨੀ, ਸਾਡੀ ਪੂਰੀ ਸੀਰੀਜ਼ ਹੈ ਇੱਕ ਜਿਹੜੀ ਕਿ ਮੀਰ ਮੁਗੰਨੀ ਦੇ ਉੱਤੇ ਵੇ। ਲਿਹਾਜ਼ਾ ਅੱਜ ਅਸੀਂ ਥੋੜਾ ਦੇਰ ਲਈ ਗੌਰ ਕਰਾਂਗੇ ਜਿਹੜਾ ਇਨਸਕ੍ਰਿਪਸ਼ਨ ਹੈ ਨਾ ਮੌਤ ਲਬੀਨ, ਇਹ ਕੀ ਹੈ। ਸੋ ਮੌਤ ਲਬੀਨ ਦੇ ਬਾਰੇ ਚ ਬਹੁਤ ਸਾਰੇ ਲੋਕਾਂ ਦੇ ਬੜੇ ਖਿਆਲਾਤ ਨੇ ਔਰ ਅੱਜ ਬੜੇ ਇੰਟਰਸਟਿੰਗ ਚੀਜ਼ਾਂ ਅਸੀਂ ਸਿੱਖਾਂਗੇ ਖੁਦਾ ਦੇ ਕਲਾਮ ਦੇ ਵਿੱਚੋਂ। ਲੇਕਿਨ ਉਧਰ ਜਾਣ ਤੋਂ ਪਹਿਲਾਂ ਕੁਝ ਸਕਾਲਰ ਜਿਹੜੇ ਨਾ ਉਹ ਐਗਰੀ ਨੇ ਜੀ ਇਸ ਗੱਲ ਦੇ ਉੱਤੇ ਕਿ ਅਸਲ ਵਿੱਚ ਜਿਹੜੇ ਜ਼ਬੂਰਾਂ ਦੇ ਇਨਸਕ੍ਰਿਪਸ਼ਨ ਨੇ, ਜ਼ਬੂਰਾਂ ਦਾ ਜਿਹੜਾ ਸਰਨਾਮਾ ਵੇ, ਟਾਈਟਲ ਨੇ ਜਿਹੜੇ, ਉਹ ਸਹੀ ਤਰਜਮਾ ਨਹੀਂ ਹੋਏ। ਜਿਵੇਂ ਇੱਕ ਸਕਾਲਰ ਲਿਖਦਾ ਜੀ ਕਿ ਦੇ ਆਰ ਨਾਟ ਰਾਈਟਲੀ ਟ੍ਰਾਂਸਲੇਟਡ, ਔਰ ਮੈਂ ਇਸ ਗੱਲ ਤੇ ਕਿਸੇ ਹੱਦ ਤੱਕ ਮੁਤਫਿਕ ਵੀ ਹਾਂ। ਉਹਦੀ ਵਜ੍ਹਾ ਹੈ
ਕਿਸੇ ਵੀ ਲੈਂਗੁਏਜ ਨੂੰ ਜਦੋਂ ਅਸੀਂ ਟ੍ਰਾਂਸਲੇਟ ਕਰਨੇ ਆ, ਜਿੰਨੇ ਲਿੰਗੁਇਸਟਿਕ ਨੇ ਜਾਂ ਟ੍ਰਾਂਸਲੇਟਰ ਨੇ ਜਿਨ੍ਹਾਂ ਨੇ ਪੜ੍ਹਿਆ ਕਿ ਕਮਿਊਨੀਕੇਸ਼ਨ ਕਿਵੇਂ ਕਰੀਏ, ਟ੍ਰਾਂਸਲੇਟ ਕਿਵੇਂ ਹੁੰਦਾ ਵੇ, ਦੇ ਆਲ ਵੈਰੀ ਵੈਲ ਨੋ ਕਿ ਤੁਸੀਂ 100% ਐਕਚੁਅਲ ਟ੍ਰਾਂਸਲੇਸ਼ਨ ਨਹੀਂ ਕਰ ਸਕਦੇ। ਜਾਂ ਤੇ ਤੁਸੀਂ ਕਨਸੈਪਟ ਟ੍ਰਾਂਸਲੇਟ ਕਰਦੇ ਹੋ, ਜਾਂ ਤੁਸੀਂ ਮੱਖੀ ਤੇ ਮੱਖੀ ਮਾਰ ਕੇ ਲਫ਼ਜ਼ ਟੂ ਲਫ਼ਜ਼ ਜਿਹੜਾ ਵੇ ਉਹ ਟ੍ਰਾਂਸਲੇਟ ਕਰਦੇ ਹੋ, ਲੇਕਿਨ ਲਫ਼ਜ਼ ਟੂ ਲਫ਼ਜ਼ ਟ੍ਰਾਂਸਲੇਟ ਨਹੀਂ ਹੋ ਸਕਦਾ। ਅੱਛਾ, ਟੈਕਸਟ ਜਿਹੜਾ ਵੇ ਸਾਦਾ ਨੈਰੇਟਿਵ, ਉਹਦਾ ਟ੍ਰਾਂਸਲੇਟ ਜਿਹੜਾ ਵੇ ਉਹ ਅਸੀਂ 100% ਨਹੀਂ ਕਰ ਸਕਦੇ। ਤੇ ਸ਼ਾਇਰੀ ਜਿਹੜੀ ਹੈ ਇਟਸ ਅ ਰਿਚ ਆਫ ਸਿੰਬਲਸ, ਇਟਸ ਅ ਰਿਚ ਆਫ ਰਾਈਮਸ ਜਿਹੜੇ ਨੇ ਉਹਦੇ ਵਿੱਚ ਸ਼ਾਮਲ ਨੇ, ਔਰ ਇਮੇਜ ਇਸਤੇਮਾਲ ਨੇ, ਇਸਤਾਰਾਤ ਨੇ, ਉਹਨੂੰ ਟ੍ਰਾਂਸਲੇਟ ਕਰਨਾ ਉਹ ਤੇ ਸਮਝੋ ਕਿ ਸਾਡੀ ਪਹੁੰਚ ਤੋਂ ਦੂਰ ਹੈ, ਠੀਕ ਹੈ ਨਾ। ਲੇਕਿਨ ਇਹਦੇ ਬਾਵਜੂਦ ਬਾਈਬਲ ਦੇ ਮੁਤਰਜਮੀਨ ਨੇ ਜਿਨ੍ਹਾਂ ਬੜੀ ਸਖਤ ਮਿਹਨਤ ਕੀਤੀ ਸਾਡੇ ਲਈ ਟ੍ਰਾਂਸਲੇਟ ਕੀਤਾ ਕਿ ਅਸੀਂ ਥੋੜਾ ਜਿਹਾ ਨੇੜੇ ਹੋ ਕੇ ਸਮਝ ਸਕੀਏ ਕਿ ਅਸਲ ਵਿੱਚ ਖੁਦਾ ਦਾ ਕਲਾਮ ਕੀ ਕਹਿ ਰਿਹਾ ਸਾਡੇ ਵਾਸਤੇ। ਸੋ ਜਿਹੜਾ ਮੌਤ ਲਬੀਨ ਹੈ, ਜਿਹੜਾ ਇਨਸਕ੍ਰਿਪਸ਼ਨ ਹੈ ਜ਼ਬੂਰ ਨੰਬਰ 9 ਦਾ, ਇਹ ਸਿਰਫ ਜ਼ਬੂਰ ਨੰਬਰ 9 ਤੇ ਆਇਆ ਵੇ, ਹੋਰ ਕਿਤੇ ਨਹੀਂ ਆਇਆ, ਇੱਕੋ ਜਗ੍ਹਾ ਤੇ ਆਇਆ, ਠੀਕ ਹੈ ਜੀ। ਅੱਛਾ, ਹੁਣ ਇਹਦੇ ਬਾਰੇ ਚ ਕਮ ਸੇ ਕਮ 5 ਕਿਸਮ ਦੇ ਮੁxtਲਿਫ ਖਿਆਲਾਤ ਨੇ ਕਿ ਇਹ 5 ਚੀਜ਼ਾਂ ਨੂੰ ਪੇਸ਼ ਕਰਦਾ, ਠੀਕ ਹੈ। ਤੁਹਾਨੂੰ ਜਿਹੜੀ ਸ਼ਾਇਦ ਚੰਗੀ ਲੱਗੇ ਨਾ, ਤੁਹਾਨੂੰ ਬਹੁਤ ਦਿਲ ਤੇ ਲੱਗੇ, ਉਹ ਮੰਨ ਲਓ, ਸਾਡੇ ਤੇ ਨਾ ਰਹੋ, ਠੀਕ ਹੈ। ਮੇਰਾ ਕੰਮ ਸੀ ਸਿਰਫ ਉਹਨੂੰ ਟ੍ਰਾਂਸਲੇਟ ਕਰਨਾ, ਦੱਸਣਾ ਕੀ ਹੈ, what you think is suitable, go and pick it, number 1, okay ਜੀ। ਮੌਤ ਲਬੀਨ ਦਾ ਲਿਟਰਲ ਟ੍ਰਾਂਸਲੇਸ਼ਨ ਹੈ ਔਨ ਦੀ ਡੈਥ ਆਫ ਲਾਬੇਨ। ਜਿਵੇਂ ਅਸੀਂ ਕਹਿੰਦੇ ਪੰਜਾਬੀ ਉਰਦੂ ਕਹਿੰਦੇ ਮੌਤ ਹੋ ਗਈ ਹੈ, ਫੌਤ ਹੋ ਗਿਆ ਬੰਦਾ, ਜਾਂ ਮੌਤ ਪੈ ਗਈ, ਮਰ ਗਿਆ। ਸੋ ਇਬਰਾਨੀ ਮੌਤ ਔਰ ਸਾਡੀ ਫਾਰਸੀ ਔਰ ਅਰਬੀ ਮੌਤ ਦਾ ਲਫ਼ਜ਼ ਇੱਕੋ ਹੀ, ਡੈਥ, ਮਰ ਜਾਣਾ, ਠੀਕ ਹੈ। ਅੱਛਾ, ਸੋ ਮੌਤ ਦਾ ਮਤਲਬ ਸਮਝ ਆ ਗਿਆ, ਡੈਥ। ਹੁਣ ਲਾਬੈਨ ਜਿਹੜਾ ਵੇ LABBEN ਜਿਹਦਾ ਇੰਗਲਿਸ਼ ਟ੍ਰਾਂਸਲੇਸ਼ਨ ਹੋਇਆ ਵੇ, ਲੇਕਿਨ ਅਰਬੀ ਚੂੰਕਿ ਉਰਦੂ ਜ਼ੁਬਾਨ ਜ਼ਿਆਦਾ ਕਰੀਬ ਹੈ ਹਿਬਰੂ ਤੇ ਫਾਰਸੀ ਔਰ ਅਰਬੀ ਦੀ ਵਜ੍ਹਾ ਤੋਂ ਇੱਥੇ ਸਾਡੇ ਕੋਲ ਲਿਖਿਆ ਵੇ ਮੌਤ ਲਬੀਨ ਜਾਂ ਲਬੈਨ। ਸੋ ਲਬੈਨ ਕੀ ਕਿਹਾ ਗਿਆ ਹੈ? ਸੋ the phrase is somewhat disputed, ਹਰ ਸਕਾਲਰ ਦਾ ਆਪਣਾ ਫਰਕ, ਉਹਦਾ speculation ਹੈ ਜਾਂ ਉਹਦੀ perspective ਹੈ। So indicate other motivated the writing of the psalm, in which case it probably means number 1, ਪੰਜ ਇਹਦਾ ਮਤਲਬ ਨੇ। number 1 ਕੀ ਹੈ ਜੀ? number 1 ਨੇ some unknown person, ਪਤਾ ਹੀ ਨਹੀਂ ਕੌਣ ਸੀ, ਠੀਕ ਹੈ, ਜਿਹਦੀ ਮੌਤ ਤੇ ਲਿਖਿਆ ਗਿਆ ਹੈ। that's number 1. number 2, the death of Laban is the death of the son, might be Daud the beta, ਲੇਕਿਨ ਕਿਹੜਾ ਬੇਟਾ? ਅਬੀਸਲੂਮ, ਜਿਹਨੇ ਉਹਦੇ ਖਿਲਾਫ ਬਗਾਵਤ ਕਰ ਦਿੱਤੀ ਸੀ, ਸਾਰਨਾ ਵੱਡਾ ਕਿ ਜਾਂ ਸਾਰਨਾ ਛੋਟਾ, ਬਤਸਬਾ ਤੋਂ ਪੈਦਾ ਹੋਣ ਵਾਲਾ, ਜਿਹਨੂੰ ਖੁਦਾ ਨੇ ਮਾਰ ਦਿੱਤਾ ਸੀ, ਉਹਦੇ ਬਾਅਦ ਸੁਲੇਮਾਨ ਪੈਦਾ ਹੋਇਆ ਸੀ। ਕਿਹੜੇ ਬੇਟੇ ਦੀ ਮੌਤ ਤੇ? ਅਨਨੋਨ। ਸੋ ਇੱਕ ਖਿਆਲ ਹੈ ਵੇ ਇਟਸ ਔਨ ਦਾ ਡੈਥ ਆਫ ਦਾ ਸਨ। ਤੀਸਰਾ ਖਿਆਲ ਹੈ ਵੇ ਔਨ ਦਾ ਡੈਥ ਆਫ ਦਾ ਫੂਲ, ਬੇਵਕੂਫ ਸ਼ਖਸ ਦੀ ਮੌਤ ਦੇ ਉੱਤੇ। ਔਰ ਬੇਵਕੂਫ ਸਾਨੂੰ 2 ਬੰਦਿਆਂ ਦਾ ਜ਼ਿਕਰ ਮਿਲਦਾ ਵੇ, ਇੱਕ ਨਾਬਾਲ ਹੈ ਜਿਹਦੀ ਬੀਵੀ ਦਾ ਨਾਂ ਐਬੀਗੇਲ ਸੀ, ਔਰ ਨਾਬਾਲ ਨੂੰ ਬੇਵਕੂਫ ਕਿਹਾ ਗਿਆ ਵੇ, ਔਰ ਐਬੀਗੇਲ ਉਹਦੇ ਮਰਨ ਤੋਂ ਬਾਅਦ ਉਹ ਖਾ ਕੇ ਲੁੱਦੜ ਹੋ ਕੇ, ਉਹ ਆਪਣੇ ਖਾ ਕੇ ਉਹ ਮੋਟਾ ਹੋ ਕੇ ਖਾ ਕੇ ਮਰ ਗਿਆ, ਮਤਲਬ ਉਹ ਐਡਾ ਬੇਵਕੂਫ ਆਦਮੀ ਸੀ। ਤੇ ਉਹਦੀ ਬੀਵੀ ਐਬੀਗੇਲ ਨੇ ਫਿਰ ਸ਼ਾਦੀ ਕੀਤੀ ਦਾਊਦ ਦੇ ਨਾਲ। ਔਰ ਜਾਂ ਫਿਰ ਦੂਜੇ ਨੰਬਰ ਤੇ ਜਿਹੜਾ ਦੂਜਾ ਬੇਵਕੂਫ ਜਿਹਨੂੰ ਕਿਹਾ ਗਿਆ ਵੇ ਉਹ ਸੀ ਗੁਲਾਇਤ, ਜਾਤੀ ਜੂਲੀਅਤ, ਜਿਹਨੂੰ ਦਾਊਦ ਨੇ ਕੀ ਕੀਤਾ ਸੀ? ਜੰਗ 'ਚ ਮਾਰਿਆ ਸੀ, ਠੀਕ ਹੈ ਜੀ। ਕਿਉਂਕਿ ਉਹ ਖੁਦਾ ਦੇ ਖਿਲਾਫ ਕੀ ਕਰਨ ਰਿਹਾ ਸੀ? ਖੁਦਾ ਦੇ ਖਿਲਾਫ ਉਹ ਬੜੀ ਜਿਹਨੂੰ ਕਿਹਾ ਜਾਏ ਨਾ, ਬੜੀ ਮਲਾਮਤ ਕਰਦਾ ਸੀ, ਲਾਹਨਤ ਕਰਦਾ ਸੀ ਖੁਦਾ ਦੇ ਨਾਂ ਦੀ। ਤੇ ਦਾਊਦ ਨੇ ਕਿਹਾ ਸੀ ਕਿ ਇਹ ਬੇਵਕੂਫ ਸ਼ਰੀਰ ਆਦਮੀ ਖੁਦਾ ਦੇ ਨਾਂ ਦੀ ਲਾਹਨਤ ਕਰਦਾ, ਮੈਂ ਤਾਂ ਹੁਣੇ ਜਾ ਕੇ ਗਲਾ ਸਬਕ ਸਿਖਾਉਣਾ। ਸੋ ਤੀਸਰਾ ਖਿਆਲ ਹੈ ਵੇ ਦੈਟ ਵਾਸ ਨਾਬਾਲ, ਐਬੀਗੇਲ ਦਾ ਸ਼ੌਹਰ ਪਹਿਲਾ, ਤੇ ਜਾਂ ਫਿਰ ਗੁਲਾਇਤ ਕਿਹਾ ਗਿਆ। ਚੌਥਾ ਜਿਹੜਾ ਖਿਆਲ ਹੈ ਉਹਨੂੰ ਕਿਹਾ ਗਿਆ ਵੇ ਕਿ ਜੀ ਅਸਲ ਵਿੱਚ ਮੌਤ ਜਾਂ ਲਬੀਨ ਇਟਸ ਅ ਮਿਊਜ਼ੀਕਲ ਇੰਸਟਰੂਮੈਂਟ, ਔਰ ਇਹ ਮਿਊਜ਼ੀਕਲ ਇੰਸਟਰੂਮੈਂਟ ਹੈ ਕਿ ਜਾਂ ਫਿਰ ਇਹ ट्यून है, ऐसी तर्ज है, ऐसा राग है कि ਜਿਹੜਾ ਉਸ ਇਲਾਕੇ 'ਚ ਪਾਇਆ ਜਾਂਦਾ ਸੀ, ਔਰ ਉਸ ਰਾਗ ਦੇ ਵਿੱਚ ਜ਼ਬੂਰ ਨੂੰ ਗਾਣ ਲਈ ਕਿਹਾ ਗਿਆ ਹੈ, ਠੀਕ ਹੈ ਜੀ। that is number 4. number 5 is interesting. ਉਹ ਕਿਹਾ ਗਿਆ ਵੇ ਕਿ ਜੀ it is like a voice vocal quality ਜਾਂ vocal pitch, ਕਿ it's a voice of choir to be chanted by boys with virgins voices, यानी sopranos, ਖਵਾਤੀਨ ਦੀ ਆਵਾਜ਼ਾਂ ਨਹੀਂ ਜਾਂਦੀਆਂ। ਤੁਹਾਂ ਵੇਖਿਆ ਨਾ ਵੈਸਟਰਨ ਮਿਊਜ਼ਿਕ ਜਿਹੜੀ ਹੈ ਇਟਸ ਬੇਸ, ਆਲਟੋ, ਟੈਨਰ ਐਂਡ ਸੋਪਰਾਨੋ, ਹਾਈ ਨੋਟ ਜਾ ਕੇ ਉੱਤੇ ਲੱਗਦਾ ਹੈ, ਠੀਕ ਹੈ ਨਾ। ਜਿਹੜੀਆਂ ਮੋਸਟਲੀ ਵੈਸਟਰਨ ਕੁਆਇਰ ਦੇ ਵਿੱਚ ਜਿਹੜੇ ਨੇ ਮੋਸਟਲੀ ਖਵਾਤੀਨ ਫੀਮੇਲ ਵੌਇਸ ਹੁੰਦੀ ਹੈ, ਜਾਂ ਟੀਨ ਏਜ ਲੜਕੀਆਂ ਦੀ ਕੁਆਇਰ ਹੁੰਦੀ ਹੈ ਨਾ, ਜਦੋਂ ਉਹ ਬੜੀ ਹਾਈ ਪਿਚ ਤੇ ਜਾ ਕੇ ਗਾਉਂਦੇ ਨੇ। ਸੋ ਦਾ 5th ਐਂਗਲ ਇਹਦਾ ਇਹ ਵੇ। ਤੁਹਾਨੂੰ ਜਿਹੜਾ ਸਮਝ ਆਉਂਦਾ, ਜਿਹੜਾ ਲੱਗਦਾ ਕਿ ਯਾਰ ਕਰੀਬ ਹੈ, ਤੁਸੀਂ ਉਹਦੇ ਤੇ ਟਿਕ ਜਾਓ ਤੇ ਅੱਗੇ ਵੇਨੇ ਆ। लेकिन बड़ा इंटरेस्टिंग ਜਿਹੜਾ ਇੱਕ ਹੋਰ ਥਾਟ ਹੈ, that is Jewish mystical thought, यानी Jewish सूफीज़म है, Jewish mysticism है,
ਉਹਦੇ ਵਿੱਚ ਜਿਹੜਾ ਉਹਨਾਂ ਦੀ ਅੰਡਰਸਟੈਂਡਿੰਗ ਉਹ ਕੀ ਹੈ, ਠੀਕ ਹੈ ਜੀ। ਉਹਦੀ ਰਿਸੋਰਸਿਸ ਜ਼ੋਹਾਰ ਹੈ, ਉਹਦੇ ਰਿਸੋਰਸਿਸ ਕ੍ਰੀਏਸ਼ਨ ਸਟੋਰੀ ਹੈ, ਉਹਦੀਆਂ ਬੜੀਆਂ ਰਿਸੋਰਸਿਸ ਨੇ ਜਿਹੜੀਆਂ ਕਿ ਜੂਇਸ਼ ਮਿਸਟਿਕਸ ਨੇ ਲੈ ਕੇ ਤੇ ਉਹ ਇਸ ਮੌਤ ਲਬੀਨ ਦੇ ਬਾਰੇ ਚ ਕੀ ਕਹਿੰਦੇ ਨੇ ਜੀ। ਉਹ ਕਹਿੰਦੇ ਨੇ ਜੀ ਕਿ ਦਿਸ ਸੁਪਰਸਕ੍ਰਿਪਟ ਕੁਡ ਬੀ ਸੇਇੰਗ ਦਾ ਇਮੋਰਟੈਲਿਟੀ will be given to Israel। ਉਹ ਕਹਿੰਦੇ ਨੇ ਜੀ ਕਿ ਅਸਲ ਵਿੱਚ ਕਿਹਾ ਗਿਆ ਵੇ ਕਿ ਖੁਦਾ ਇਸਰਾਇਲ ਦੀ ਪੂਰੀ ਕੌਮ, ਇੱਕ ਇਕੱਲੇ ਬੰਦੇ ਲਈ ਨਹੀਂ ਕਿਹਾ ਗਿਆ। ਉਹ ਕਹਿੰਦੇ ਨੇ ਕਿ ਮੌਤ ਲਬੀਨ is representing the nation of Israel, ਪੂਰੀ ਇਸਰਾਇਲ ਦੀ ਕੌਮ ਦੇ ਬਾਰੇ ਕਿਹਾ ਗਿਆ ਵੇ ਕਿ ਉਹ ਇਮੋਰਟਲ ਹੈ, ਉਹਨੂੰ ਖੁਦਾ ਕਦੀ ਮਰਨ ਨਹੀਂ ਦੇਗਾ, ਉਹਦਾ ਨਾਂ ਹਮੇਸ਼ਾ ਜ਼ਿੰਦਾ ਰਹੇਗਾ। they will never ever they will not destroy ever। ਅਸੀਂ ਵੇਖਦੇ ਆ ਕਿ ਖੁਦਾ ਦਾ ਇਹ ਮੌਜਜ਼ਾ, ਖੁਦਾ ਦਾ ਵਾਅਦਾ ਅਜੇ ਤੱਕ ਪੂਰਾ ਵੇਖ ਲਓ। ਉਹਨਾਂ ਦੇ ਦੌਰ ਦੀਆਂ 5000 ਸਾਲ ਪੁਰਾਣੀਆਂ ਕਈ ਕੌਮਾਂ ਦੁਨੀਆ ਤੋਂ ਮਿਟ ਮਿਟਾ ਗਈਆਂ ਨੇ, ਲੇਕਿਨ ਖੁਦਾ ਹਰ ਵਾਰੀ ਇਹ ਕੌਮ ਨੂੰ ਨਵੇਂ ਸਿਰੇ ਤੋਂ ਕੀ ਕਰਦਾ, ਖੜਾ ਕਰ ਦਿੰਦਾ ਹੈ। ਔਰ ਸਾਡੇ ਸਾਹਮਣੇ 1948 ਦੇ ਵਿੱਚ ਸੈਕੰਡ ਵਰਲਡ ਵਾਰ ਤੋਂ ਬਾਅਦ ਇਸ ਸਟੇਟ ਆਫ ਇਸਰਾਇਲ ਦਾ ਬਣਨਾ, ਔਰ ਹੁਣ ਇਸਰਾਇਲ ਦਾ ਯਰੂਸ਼ਲਮ ਦੁਬਾਰਾ ਟੈਂਪਲ ਔਰ ਯਰੂਸ਼ਲਮ ਦੁਬਾਰਾ ਕੈਪੀਟਲ ਬਣਨਾ, ਮਤਲਬ these are all signs ਕਿ ਖੁਦਾ ਦਾ ਵਾਅਦਾ ਵਾ ਜਿਹੜਾ ਉਹਨੂੰ ਮਿਸਟੀਕਲ ਪੁਆਇੰਟ ਆਫ ਵਿਊ ਨਾਲ ਲੈਂਦੇ ਨੇ। ਸੋ ਉਹ ਕਹਿੰਦੇ ਨੇ ਕਿ this psalm addresses the nation of Israel and not to an individual। so agar ਉਹ ਆਇਤ ਨੂੰ ਪੜਨਗੇ ਤਾਂ ਕਹਿੰਦੇ ਨੇ ਅਗਰ ਇਹਨੂੰ ਰੀਫਰੇਜ਼ ਕੀਤਾ ਜਾਏ for the spiritual awareness, not only what the literature ਜਾਂ literary style ਕੀ ਕਹਿ ਰਿਹਾ ਵੇ, ਬਲਕਿ ਅਗਰ ਅਸੀਂ spiritual ਮਾਨਿਆ ਦੇ ਵਿੱਚ ਪੜ੍ਹੀਏ ਤਾਂ ਫਿਰ ਕਿਵੇਂ ਪੜਾਂਗੇ? to the Lord who grants nitzach ਯਾਨੀ ਮੌਤ ਲਬੀਨ ਦਾ ਤਰਜਮਾ ਉਹਨਾਂ ਕੀ ਕੀਤਾ ਵੇ, ਹਿਬਰੂ ਵਰਡ ਹੈ nitzach, in the form of immortality to the nation of Israel। यानी खुदा इस्राइल दी कौम नू मरण नहीं देगा, उन्होंने हमेशा तक की करेगा, उन्होंने कायम और उन्होंने खड़ा रखेगा। Interesting spiritual alertness, spiritual awareness about only one word, Mat Lebain। Powerful। Okay जी, now Zabur no कहंदा की है सन, actually ਦਾ ਇਹਦੇ ਵਿੱਚ ਮੇਨ ਥੀਮ ਕੀ ਹੈ। ਸੋ ਜੀ ਜਿਹੜਾ ਜ਼ਬੂਰ ਦਾ ਜਿਹੜਾ ਟਾਈਟਲ ਹੈ ਨਾ, ਅਸਾਂ ਵੇਖਿਆ ਵੇ ਕਿ ਜਿਵੇਂ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਸੀ ਕਿ ਜ਼ਬੂਰ ਦੀ ਪਹਿਲੀ ਕਿਤਾਬ ਪੇਸ਼ ਕਰਦੀ ਹੈ ਪੈਦਾਇਸ਼ ਦੀ ਪਹਿਲੀ ਕਿਤਾਬ ਨੂੰ, ਠੀਕ ਹੈ। ਔਰ ਪੈਦਾਇਸ਼ ਦੀ ਪਹਿਲੀ ਕਿਤਾਬ ਨੂੰ ਉੱਥੇ ਰਿਲੇਟ ਕਰਨੇ ਆ, ਇਹਦੇ ਵਿੱਚ ਜਿਹੜੇ ਥੀਮ ਨੇ ਪਹਿਲੀ ਕਿਤਾਬ ਦੇ ਵਿੱਚ ਉਹ ਐ ਨੇ ਕਿ ਖੁਦਾ ਜਿਹੜਾ ਵੇ, ਖੁਦਾ ਆਪਣਾ ਤਖਤ ਕਾਇਮ ਕੀਤਾ ਵੇ, ਖੁਦਾ ਨੇ ਆਪਣੀ ਅਦਾਲਤ ਲਾਈ ਹੈ। ਔਰ ਖੁਦਾ ਜਦੋਂ ਅਦਾਲਤ ਲਾਣ ਡਿਆ ਵੇ ਤੇ ਖੁਦਾ ਸ਼ਰੀਰਾਂ ਨੂੰ ਔਰ ਜਿੰਨੇ ਬਦੀ ਵਾਲੇ ਨੇ, ਜਿੰਨੇ ਲੋਕ ਖੁਦਾ ਦੇ ਨਾਫਰਮਾਨ ਨੇ, ਜਿਹੜੇ ਖੁਦਾ ਦੇ ਖਿਲਾਫ ਕੁਵਤਾਂ ਕੰਮ ਕਰਦੀਆਂ ਨੇ, ਉਹਨਾਂ ਨੂੰ ਖੁਦਾ ਸਜ਼ਾ ਦੇਗਾ। ਲੇਕਿਨ ਸਜ਼ਾ ਖੁਦਾ ਕਿਹਨਾਂ ਦੇ ਵਸੀਲੇ ਦੇਗਾ? ਥਰੂ ਬੇਬੀਜ਼, ਥਰੂ ਮਾਰਜਨਲਾਈਜ਼ਡ, ਥਰੂ ਦੋਜ਼ ਪੀਪਲ ਜਿਨ੍ਹਾਂ ਦੇ ਕੋਲ ਕੋਈ ਪਾਵਰ ਕੋਈ ਨਹੀਂ, ਕੋਈ ਅਥਾਰਟੀ ਕੋਈ ਨਹੀਂ, ਵੀਕ ਪੀਪਲ ਨੇ, ਉਹਨਾਂ ਦੇ ਜ਼ਰੀਏ ਖੁਦਾ ਦਾਨਿਸ਼ਮੰਦਾਂ ਦੀ ਔਰ ਜ਼ੋਰਾਂ ਦੀ ਹਿਕਮਤ ਔਰ ਜ਼ੋਰਾਂ ਨੂੰ ਖੁਦਾ ਕੀ ਕਰੇਗਾ? ਉਹਨਾਂ ਨੂੰ ਖੁਦਾ ਸ਼ਰਮਿੰਦਾ ਕਰ ਦੇਗਾ। ਓਕੇ, ਸੋ ਦੈਟਸ ਦ ਮੇਨ ਥੀਮ ਕਿ ਖੁਦਾ ਆਪਣਾ ਤਖਤ ਲਗਾ ਰਿਹਾ ਵੇ, ਖੁਦਾ ਆਪਣੀ ਅਦਾਲਤ ਲਗਾ ਰਿਹਾ ਵੇ। ਲੇਕਿਨ ਇਹ ਯਾਦ ਰੱਖੋ ਕਿ ਬਨੀ ਇਸਰਾਇਲ ਕੌਮ ਜਿਹੜੀ ਹੈ ਨਾ, ਉਹਨੂੰ ਔਰ ਖੁਦਾ ਦੀ ਸ਼ਰੀਅਤ ਨੂੰ ਇਹ ਕਿਹਾ ਗਿਆ ਵੇ ਕਿ ਉਹ ਸ਼ਰੀਅਤ ਜਿਹੜੀ ਹੈ, ਤੌਰਾ ਜਿਹੜੀ ਹੈ, ਔਰ ਬਨੀ ਇਸਰਾਇਲ ਕੌਮ ਜਿਹੜੀ ਹੈ, ਉਹ ਖੁਦਾ ਦੇ ਤਖਤ ਨੂੰ ਰਿਪਰੈਜ਼ੈਂਟ ਕਰਦੀ ਹੈ ਜ਼ਮੀਨ ਦੇ ਉੱਤੇ। ਯਾਨੀ ਖੁਦਾ ਜਦੋਂ ਅਦਾਲਤ ਕਰੇਗਾ ਕੌਮਾਂ ਦੀ ਤਾਂ ਖੁਦਾ ਉਹਨਾਂ ਦੇ ਜ਼ਰੀਏ ਕਰੇਗਾ। ਸੋ ਦੇ ਆਰ ਦਾ ਮੀਡੀਅਮ, ਦੇ ਆਰ ਦਾ ਟੂਲ, ਦੇ ਆਰ ਦਾ ਚੈਨਲ ਜਿਹਦੇ ਜ਼ਰੀਏ ਖੁਦਾ ਕੀ ਕਰੇਗਾ? ਆਪਣੀ ਅਦਾਲਤ ਨੂੰ ਕਾਇਮ ਕਰੇਗਾ। ਠੀਕ ਹੈ, ਸੋ ਦੈਟਸ ਅ ਮੇਜਰ ਆਈਡੀਆ। ਜਿਹੜੀ ਸੈਪਟੁਆਜੈਂਟ ਤਰਜਮਾ, ਜਿਹੜਾ ਗ੍ਰੀਕ ਟ੍ਰਾਂਸਲੇਸ਼ਨ ਹੈ ਜ਼ਬੂਰਾਂ ਦੀ ਕਿਤਾਬ ਦਾ, ਔਰ ਉਹਦੇ ਬਾਅਦ ਜਿਹੜਾ ਲੈਟਿਨ ਤਰਜਮਾ ਵੇ ਵਲਗੇਟ, ਔਰ ਇੱਕ ਤਰਜਮਾ ਹੋਰ ਹੈ, ਉਹਦੇ ਮੁਤਾਬਕ ਜ਼ਬੂਰ ਨੰਬਰ 9 ਤੇ ਜ਼ਬੂਰ ਨੰਬਰ 10 ਇੱਕੋ ਹੀ ਜ਼ਬੂਰ ਹੈ। ਉਹਦੇ ਚ ਜ਼ਬੂਰ 9 ਤੇ 10 ਫਰਕ ਨਹੀਂ ਨੇ, ਇੱਕੋ ਹੀ ਲੌਂਗ ਜ਼ਬੂਰ ਹੈ। ਠੀਕ ਹੈ, ਇਸ ਲਈ ਇਹਨੂੰ 1 ਯੂਨਿਟ ਦੇ ਤੌਰ ਤੇ ਲਿਆ ਜਾਂਦਾ ਵੇ। ਔਰ 1 ਯੂਨਿਟ ਵੀ ਇੰਜ ਦਾ ਵੇ ਕਿ ਇਹਨੂੰ ਐਕਰੋਸਟਿਕ ਪੋਇਟਰੀ ਕੀ ਕਿਹਾ ਗਿਆ। ਐਕਰੋਸਟਿਕ ਪੋਇਟਰੀ ਕੀ ਹੁੰਦੀ ਹੈ? ਐਕਰੋਸਟਿਕ ਪੋਇਟਰੀ ਉਹ ਹੁੰਦੀ ਹੈ ਜਿਹਦੇ ਵਿੱਚ 3-3 ਲਾਈਨਾਂ ਚੱਲਦੀਆਂ ਨੇ, ਸਾਡੇ ਸਹਿ ਹਰਫੀ ਉਹਨੂੰ ਕਿਹਾ ਜਾਂਦਾ ਵੇ। ਲੇਕਿਨ ਦਿਲਚਸਪ ਗੱਲ ਹੈ ਵੇ ਕਿ ਇਹਦੇ ਵਿੱਚ ਐਕਰੋਸਟਿਕ ਪੋਇਟਰੀ ਦਾ ਮਤਲਬ ਹੈ ਵੇ ਕਿ ਜਿਹੜੀ ਸ਼ਾਇਰੀ ਇਬਰਾਨੀ ਅਲਫਾਬੈਟ ਦੇ ਮੁਤਾਬਕ ਚੱਲੇ, ਯਾਨੀ ਅਲਿਫ ਬੇਤ ਗੀਮਲ ਦਾਲਤ ਹੈ ਵਾਓ, ਪੂਰੀ ਜਿਹੜੀ ਅਲਫਾਬੈਟ ਹੈ ਨਾ ਇਬਰਾਨੀ ਜਿਹੜੀ ਹੈ, ਉਹਨੂੰ ਫੋਲੋ ਕਰੇ। ਸੋ ਸਕਾਲਰਸ ਐਗਰੀ ਨੇ ਜੀ ਕਿ 9 ਤੇ 10 ਜ਼ਬੂਰ ਦਾ ਅਗਰ ਆਇਤਾਂ ਮਿਲਾਈਏ ਟੋਟਲ ਤੇ ਆ ਬਣਦੀਆਂ ਨੇ 20 ਆਇਤਾਂ ਪਹਿਲੇ ਦੀਆਂ, ਤੇ 10ਵੇਂ ਜ਼ਬੂਰ ਦੀਆਂ ਤਕਰੀਬਨ ਕਿੰਨੀਆਂ ਆਇਤਾਂ ਨੇ? 10ਵੇਂ ਜ਼ਬੂਰ ਦੀਆਂ ਤਕਰੀਬਨ 17 ਆਇਤਾਂ ਨੇ। ਸੋ ਆਲਮੋਸਟ 37 ਕੋ ਆਇਤਾਂ ਬਣਦੀਆਂ ਨੇ। ਲੇਕਿਨ ਹਰੂਫ ਤਹੱਦੀ ਜਿਹੜੇ ਨੇ, ਅਲਫਾਬੈਟ ਜਿਹੜੇ ਨੇ 26-27 ਨੇ ਇਬਰਾਨੀ ਦੇ। ਸੋ ਉਹਨਾਂ ਕਿਵੇਂ ਇਹਨੂੰ ਡਿਜ਼ਾਈਨ ਕੀਤਾ ਵੇ, ਆਈ ਹੈਵ ਨੋ ਆਈਡੀਆ। ਸੋ ਲੇਕਿਨ ਇਹਨੂੰ ਐਕਸਪੋਰਟ ਕੀਤਾ ਜਾ ਸਕਦਾ ਹੈ। ਓਕੇ ਜੀ, ਆਊਟਲਾਈਨ ਇਹਦੀ ਕੀ ਹੈ? ਟੈਕਨੀਕਲੀ ਜ਼ਬੂਰ 9 ਦੀ ਅਗਰ ਅਸੀਂ ਆਊਟਲਾਈਨ ਵੇਖੀਏ ਨਾ, ਤੇ ਇਹਦੇ ਵਿੱਚ ਸਾਨੂੰ 2 ਇਬਰਾਨੀ ਦੇ ਸਾਨੂੰ ਮੇਨ ਪਾਰਟ ਨਜ਼ਰ ਆਉਂਦੇ ਨੇ। ਪਹਿਲਾ ਹਿੱਸਾ ਇਹਦਾ ਬਣਦਾ ਵੇ
क्योंकि तुहानूं पता ना सलाह का मतलब, मैं दस्सिया तुहानूं सलाह का मतलब की है, ब्रेक पॉज उत्थे रुक जाना। सो पहला सलाह आ रहा है 16वीं आयत ते, ठीक है, और दूजा सलाह आ रहा है 20 आयत ते, यानी जबूर दे खत्म होने ते। सो इसका मतलब है कि अगर असी जबूर 9 ਨੂੰ लहदा रखिए और जबूर 10 ਨੂੰ अगर लहदा रखिए तो जबूर 9 ਜਿਹੜਾ वे दो मेजर हिस्से तकसीम है अकॉर्डिंग टू हिब्रू सलाह। पहला हिस्सा वे 1 ਤੋਂ 16 आयत, दूजा हिस्सा वे 17 ਤੋਂ 20 आयत। सो दीज आर टू मेजर पार्ट्स। लेकिन ਜਿਹੜਾ ਜ਼ਬੂਰ ਨੰਬਰ 9 है ना, that is more invitation and proclamation about God's praise, खुदा दी हम्दो सना, खुदा दी सताइश वास्ते दावतनामा में। लेकिन ज़बूर 10 ਜਿਹੜਾ है ना, that is more to lamentation, that is more petitions, ठीक है। सो इसलिए ज़बूर 9 it's more prone to praise ਜਿਹੜਾ ਵੇ ਉਹਦਾ ਇਨਵੀਟੇਸ਼ਨ ਦਿੰਦਾ ਵੇ। सो अगर ਅਸੀਂ ਮੇਜਰ ਥੀਮ ਵੇਖੀ ਨਾ, ਇਹਦੇ ਵਿੱਚ ਮੇਜਰ ਥੀਮ ਕਿਹੜੇ ਨੇ? ਮੇਜਰ ਥੀਮ ਨੇ ਜੀ ਇਹਦੇ ਵਿੱਚ ਤਕਰੀਬਨ 3 ਮੇਜਰ ਥੀਮ ਆ ਰਹੇ ਨੇ। ਨੰਬਰ 1 ਥੀਮ ਹੈ ਖੁਦਾ ਤੇ ਕੌਨਫੀਡੈਂਸ, ਖੁਦਾ ਤੇ ਭਰੋਸਾ ਰੱਖਣਾ, ਠੀਕ ਹੈ। ਨੰਬਰ 2 ਮੇਜਰ ਥੀਮ ਹੈ ਇਨਵੀਟੇਸ਼ਨ ਹੈ ਕੌਮਾਂ ਨੂੰ, ਲੋਕਾਂ ਨੂੰ, ਉਮਤਾਂ ਨੂੰ ਕਿ ਉਹ ਆਉਣ ਤੇ ਸਾਡੇ ਖੁਦਾ ਦੀ ਕੀ ਕਰਨ, ਹਮਦੋ ਸਨਾ ਕਰਨ, ਸਾਡੇ ਨਾਲ ਰਲ ਕੇ ਪ੍ਰਸਤਿਸ਼ ਕਰਨ ਖੁਦਾ ਦੀ। ਔਰ ਫਿਰ ਜਿਹੜਾ ਲਾਸਟ ਪਾਰਟ ਹੈ ਦੈਟ ਇਜ਼ ਮੋਰ ਕਾਈਂਡ ਆਫ ਪਟੀਸ਼ਨਸ ਜਿਹੜੀਆਂ ਨੇ, ਜਿਵੇਂ ਮੈਂ ਅੱਗੇ ਜ਼ਿਕਰ ਕੀਤਾ ਵੇ ਕਿ ਉਹ ਜਿਹੜੀਆਂ ਨਾ ਦਰਖਾਸਤਾਂ ਨੇ ਕਿ ਖੁਦਾ ਉੱਠ ਤੇ ਖੁਦਾਵੰਦ ਤੂੰ ਆਪਣਾ ਹੱਥ ਵਹਾ ਤੇ ਖੁਦਾਵੰਦ ਤੂੰ ਆਪਣਾ ਜ਼ੋਰ ਵਹਾ ਤੇ ਇਨਸਾਫ ਕਰ, ਠੀਕ ਹੈ ਜੀ। ਸੋ ਅਸੀਂ ਜਦੋਂ ਇਹਦੇ ਵਿੱਚ ਜਿਹੜੇ 4 ਕਿਸਮ ਦੇ ਲੋਕ ਸਾਨੂੰ ਨਜ਼ਰ ਆਉਂਦੇ ਨੇ ਐ ਜ਼ਬੂਰ 9 ਦੇ ਵਿੱਚ ਜਿਹੜੇ ਐਡਰੈਸ ਕਰ। ਨੰਬਰ 1 ਸਾਮਿਸਟ ਆਪ ਹੈ ਜਿਹੜਾ ਦਾਊਦ ਹੈ, ਠੀਕ ਹੈ, ਦੈਟਸ ਨੰਬਰ 1 ਆਥਰ ਆਫ ਦ ਸਾਮ। ਨੰਬਰ 2 ਆਰ ਐਨੀਮੀਜ਼, ਉਹ ਐਨੀਮੀਜ਼ ਕੌਣ ਨੇ ਹੁਣੇ ਤੁਹਾਨੂੰ ਜ਼ਿਕਰ ਕਰਨਾ ਵਾਲਾ। ਉਹਦੇ ਬਾਅਦ ਨੇ ਵਿਕਟਮਸ, ਯਾਨੀ ਜਿਹੜੇ ਉਹਨਾਂ ਦੀ ਸ਼ਰਾਰਤ, ਉਹਨਾਂ ਦੀ ਬਦੀ ਜ਼ੁਲਮ ਦੀ ਵਜ੍ਹਾ ਤੋਂ ਜਿਹੜੇ ਲੋਕ ਜ਼ੁਲਮ ਸਹਿ ਰਹੇ ਨੇ, ਠੀਕ ਹੈ। ਔਰ ਉਹਦੇ ਬਾਅਦ ਜਿਹੜੀ ਤੀਸਰੀ ਕੈਟੇਗਰੀ ਉਹ ਵਰਸ਼ਿਪਰਸ, ਯਾਨੀ ਜਿਹੜੇ ਖੁਦਾ ਦੀ ਹਮਦੋ ਸਨਾ ਕਰਦੇ ਨੇ, ਜਿਹੜੇ ਸਤਾਇਸ਼ ਕਰਦੇ ਨੇ, ਠੀਕ ਹੈ। ਔਰ ਚੌਥਾ ਜਿਹੜਾ ਕਰੈਕਟਰ ਹੈ ਖੁਦਾ ਆਪ ਹੈ ਜਿਹੜਾ ਜ਼ਬੂਰ ਦੇ ਵਿੱਚ ਸਾਨੂੰ ਨਜ਼ਰ ਆ ਰਿਹਾ ਹੈ, ਠੀਕ ਹੈ ਜੀ। ਓਕੇ, ਸੋ ਇਹ ਤੇ ਹੋ ਗਈ ਸਾਡੇ ਸਾਹਮਣੇ ਆਊਟਲਾਈਨ। ਲੇਕਿਨ ਜੇ ਮੈਂ ਤੁਹਾਨੂੰ ਦੱਸਿਆ ਸੀ ਕਿ ਜਿਹੜਾ ਮਿਸਟੀਕਲ ਜ਼ਬੂਰ ਹੈ, ਜਿਨ੍ਹਾਂ ਨੇ ਇਹਦੀ ਰੂਹਾਨੀ perspective ਦੇ ਨਾਲ ਵੇਖਿਆ ਵੇ, ਸਿਰਫ ਲਿਟਰਰੀ ਨਹੀਂ, they have interesting insight about the psalm। ਉਹ ਕੀ ਹੈ? ਸੋ ਨੰਬਰ 1 ਅਸੀਂ ਵੇਖਦੇ ਹਾਂ ਜੀ, ਅਗਰ ਅਸੀਂ ਵੇਖੀਏ ਜ਼ਬੂਰ ਨੰਬਰ 9 ਦੀ ਪਹਿਲੀਆਂ 3 ਆਇਤਾਂ ਜਿਹੜੀਆਂ ਨਾ, ਤੁਸੀਂ ਇਹ ਵੇਖੋਗੇ ਪਹਿਲੀ ਤੇ ਦੂਸਰੀ ਆਇਤ ਦੇ ਵਿੱਚ ਦਾਊਦ ਜਿਹੜਾ ਵੇ ਉਹ ਆਪਣਾ ਰਿਲੇਸ਼ਨਸ਼ਿਪ ਔਰ ਆਪਣੀ ਹੋਲ ਹਾਰਟedness ਜਿਹੜੀ ਹੈ ਨਾ ਖੁਦਾ ਅਗਰ ਸ਼ੇਅਰ ਕਰਾਂ। ਨੰਬਰ 1 ਵੇਖੋ ਕਹਿੰਦਾ ਜੀ ਮੈਂ ਆਪਣੇ ਪੂਰੇ ਦਿਲ ਸੇ, here's interestingly, ਅਸੀਂ ਕਈ ਵਾਰੀ ਨਾ ਹਾਫ ਹਾਰਟedly ਕੰਮ ਕਰਨੇ ਆ। ਅਸਾਂ ਗਿਰਜੇ ਜਾਣਾ ਹੋਏ, ਖਿਦਮਤ ਕਰਨੀ ਹੋਏ, ਕੋਈ ਕੰਮ ਕਰਨਾ ਹੋਏ, ਅੱਧਾ ਦਿਲ, ਅੱਧਾ ਕੰਮ, ਅੱਧਾ ਜਜ਼ਬਾ, ਅੱਧਾ ਮਤਲਬ ਅਸੀਂ ਨਾ ਦੇ ਅਸੀਂ ਵੰਡੇ ਹੁੰਦੇ ਆ। ਵੀ ਹੈਵ ਕੈਟੇਗਰੀਜ਼, ਠੀਕ ਹੈ। ਦਾਊਦ ਕਹਿ ਰਿਹਾ ਜੀ ਮੈਂ ਪੂਰੇ ਦਿਲ ਦੇ ਨਾਲ ਸੁਣਾਵਾਂਗਾ, ਕੀ ਕਰਾਂਗਾ, ਮੈਂ ਤੇਰੀ ਸ਼ੁਕਰਗੁਜ਼ਾਰੀ ਕਰਾਂਗਾ। ਦੈਟਸ ਨੰਬਰ 1, ਥੈਂਕਸਗਿਵਿੰਗ। always whenever we entered, whether personally, whether family, or whether we entered as a congregation, ਹਮੇਸ਼ਾ ਖੁਦਾ ਦੇ ਵਿੱਚ ਕਿਵੇਂ ਆਉਣਾ ਚਾਹੀਦਾ ਹੈ? ਸ਼ੁਕਰਗੁਜ਼ਾਰੀ ਦੇ ਨਾਲ, ਸ਼ੁਕਰਗੁਜ਼ਾਰੀ ਕਰਦੇ ਹੋਏ ਖੁਦਾਵੰਦ ਜੋ ਕੁਝ ਸਾਨੂੰ ਆਲਰੇਡੀ ਦਿੱਤਾ ਹੋਇਆ ਵੇ, ਪੂਰਾ ਦਿਲ। ਔਰ ਇੱਥੇ ਮੈਨੂੰ ਜੌਨ ਕੈਲਵਨ ਦਾ ਨਾ ਉਹਦਾ ਇੱਕ ਲੈਟਿਨ ਨਜ਼ਰ ਆ ਰਹੀ ਹੈ, ਜਿਹੜੀ ਸਾਡੀ ਕੈਲਵਨ ਸੈਮਨਰੀ ਹੈ ਗ੍ਰੈਂਡ ਰੈਪਿਡਸ ਮਿਸ਼ੀਗਨ ਦੇ ਵਿੱਚ, ਉਹਨਾਂ ਦਾ ਜਿਹੜਾ ਵੇ ਨਾ ਮੇਨ ਮੋਟੋ, ਜਿਹੜਾ ਮੇਨ ਅਰਾਊਂਡ ਦਾ ਲੋਗੋ ਵੇ, ਲੋਗੋ ਵਿੱਚ ਜੌਨ ਕੈਲਵਨ ਦੀ ਤਸਵੀਰ ਲੱਗੀ। ਔਰ ਜੌਨ ਕੈਲਵਨ ਦਾ ਜਿਹੜਾ ਐਂਬਲਮ ਹੈ, ਐਂਬਲਮ ਉਹ ਕੀ ਸੀ, ਉਹਦਾ ਉਹਨਾਂ ਲੈਟਿਨ ਦੇ ਵਿੱਚ ਲਿਖਿਆ ਹੋਇਆ ਵੇ ਕਿ, ਲੈਟਿਨ ਮੈਂ ਭੁੱਲ ਗਿਆ ਫਰੇਜ਼, ਲੇਕਿਨ ਉਹ ਸੀ ਕਿ Lord I offer, ਅੰਗਰੇਜ਼ੀ ਤਰਜਮਾ ਉਹਦਾ ਕੀ ਹੈ, Lord I offer thee my heart promptly and sincerely, ਯਾਨੀ ਮੈਂ ਆਪਣਾ ਦਿਲ ਖੁਦਾਵੰਦ ਤੈਨੂੰ ਪੂਰਾ ਦਾ ਪੂਰਾ ਸਿੰਸੈਰਿਟੀ ਦੇ ਨਾਲ ਤੇ ਫੌਰਨ ਤੌਰ ਤੇ ਮੈਂ ਤੈਨੂੰ ਪੂਰਾ ਦਿਲ ਆਪਣਾ ਦੇਣਾ, ਠੀਕ ਹੈ ਨਾ। ਔਰ ਅਸੀਂ ਵੇਖਦੇ ਹਾਂ ਦਿਲ ਦਾ ਮੁਰਾਦ ਹੈ ਵੇ, ਬਿਕੋਜ਼ ਹਾਰਟ ਇਜ਼ ਦਾ ਕੋਰਟ ਰੂਮ, ਜਿਹਨੂੰ ਅਸੀਂ ਕਹਿੰਦੇ ਨਾ ਹਾਰਟ ਜਿਹੜਾ ਵੇ ਉਹ ਕੋਰਟ ਰੂਮ ਹੈ, ਜਿੱਥੇ ਇਨਸਾਨੀ ਤਸਵੁਰਾਤ, ਇਨਸਾਨੀ ਖਿਆਲਾਤ, ਇਨਸਾਨੀ ਖਾਹਿਸ਼ਾਂ ਦਾ ਕੀ ਲੱਗਦਾ ਵੇ, ਜਿੱਥੇ ਮੇਲਾ ਲੱਗਦਾ ਵੇ, ਠੀਕ ਹੈ ਨਾ। एवरीथिंग कम आउट फ्रॉम द हार्ट। कलाम में यीशु मसीह ने कहा सी जो इंसान के दिल में भरा है वो की हुंदा वे, वो बाहर आंदा वे, ठीक है। यिर्मयाह नबी वार्निंग देती है इंसान के दिल के ख्याल सदा की हुंदे ने, ਉਹ ਹਮੇਸ਼ਾ ਬੁਰੇ ਹੀ ਹੁੰਦੇ ਨੇ, ਉਹ ਹਮੇਸ਼ਾ ਭੈੜੀਆਂ ਗੱਲਾਂ ਹੀ ਸੋਚਦਾ, ਇਨਸਾਨ ਕਦੀ ਚੰਗੀ ਗੱਲ ਨਹੀਂ ਸੋਚ ਸਕਦਾ। ਦੈਟਸ ਆਵਰ ਡਿਫਾਲਟ ਨੇਚਰ ਇਨ ਆਵਰ ਹਾਰਟ। ਸੋ ਇਸ ਲਈ ਦਾਊਦ ਕਹਿੰਦਾ ਜੀ ਸਟਾਰਟ ਇੱਥੋਂ ਕਰਦਾ ਵੇ, ਮੈਂ ਆਪਣੇ ਪੂਰੇ ਦਿਲ ਸੇ ਖੁਦਾਵੰਦ ਕੀ ਕਰਾਂਗਾ, शुक्रगुजारी करूंगा। नंबर 2, मैं तेरे सब अजीब कामों का बयान करूंगा, दैट इज प्रोक्लेमेशन, आई विल प्रोक्लेम। सिर्फ मैं शुक्रगुजार नहीं करांगा बल्कि ਜਿਹੜੇ ਤੂੰ ਕੰਮ ਕੀਤੇ ਨੇ ਖੁਦਾਵੰਦ ਜੀ ਮੈਂ ਉਹਨਾਂ ਨੂੰ ਦੁਨੀਆ ਨੂੰ ਵੀ ਦੱਸਾਂਗਾ ਜਾ ਕੇ। ਜਿਵੇਂ ਹਰ ਜਗ੍ਹਾ ਤੁਹਾਨੂੰ ਵੇਖਣਾ ਜ਼ਬੂਰ ਗਾਣੇ ਆ, ਉਹਦੇ ਵੱਡੇ ਕੰਮ ਤੁਸੀਂ ਕੀ ਕਰੋ, ਲੋਕਾਂ ਨੂੰ ਦੱਸੋ ਜਾ ਕੇ। ਯੂ ਹੈਵ ਟੂ ਪ੍ਰੋਕਲੇਮ ਖੁਦਾ ਨੇ ਕੀਤਾ ਵੇ। ਸੋ ਟੈਸਟੀਮਨੀ ਦੇਣਾ, ਖੁਦਾ ਦੇ ਕੰਮਾਂ ਦਾ ਬਿਆਨ ਕਰਨਾ, that is a mandate of every believer, every worshipper।
ਅਸੀਂ ਬਾਅਦ ਔਕਾਤ ਨਾ ਲੋਕਾਂ ਤੇ ਹੱਸਨੇ ਆ, ਵੇਖੋ ਕਿ ਜੀ ਇਹ ਵੇਖੋ ਐਵੇਂ ਆਪਣੇ ਆਪ ਨੂੰ ਜਨਾਬ ਫੀਚਰ ਕਰ ਰਿਹਾ ਜੀ, ਐਵੇਂ ਆਪਣੇ ਆਪ ਨੂੰ ਗੱਲ ਕਰਨ ਡਿਆ, ਔਰ ਅਸੀਂ ਸ਼ਰਮਾਂਦੇ ਰਹਿੰਦੇ ਆ, ਸ਼ਰਮ ਦੇ ਮਾਰੇ ਇਹੀ ਅਸੀਂ ਖੁਦਾ ਨੇ ਬੜੇ ਕੰਮ ਸਾਡੀ ਲਾਈਫ ਵਿੱਚ ਕੀਤੇ ਹੁੰਦੇ ਨੇ, ਅਸੀਂ ਉਹਦਾ ਜ਼ਿਕਰ ਹੀ ਨਹੀਂ ਕਰਦੇ, ਠੀਕ ਹੈ ਨਾ, ਅਸੀਂ ਸ਼ਰਮ ਦੇ ਮਾਰੇ ਬਹਿ ਰਹਿੰਦੇ ਆ। ਔਰ ਸ਼ਰਮਿੰਦਗੀ ਅਸਲ ਵਿੱਚ ਦਿਸ ਇਜ਼ ਡੈਵਲਸ ਟ੍ਰਿਕ, ਕਿਉਂਕਿ ਕਲਾਮ ਸਾਨੂੰ ਬਾਰ-ਬਾਰ ਇਨਕਰੇਜ ਕਰਦਾ ਵੇ ਕਿ ਗੋ ਐਂਡ ਟੈਲ, ਗੋ ਐਂਡ ਟੈਲ, ਗੋ ਐਂਡ ਪ੍ਰੋਕਲੇਮ ਖੁਦਾ ਨੇ ਕੀ ਕੀਤਾ ਹੈ, ਠੀਕ ਹੈ ਨਾ, ਤਾਂ ਕਿ ਲੋਕਾਂ ਨੂੰ, ਔਰ ਖਾਸ ਤੌਰ ਤੇ ਜਦੋਂ ਖੁਦਾ ਨੇ ਕੰਮ ਕੀਤਾ ਵੇ ਤੇ ਫਿਰ ਅਬਲੀਸ ਜਿਹੜਾ ਵੀ ਉਹ ਸ਼ਰਮਿੰਦਾ ਹੁੰਦਾ ਅਸਲ ਵਿੱਚ। ਤਾਂ ਸ਼ਰਮਿੰਦਾ ਸਾਨੂੰ ਨਹੀਂ ਹੋਣਾ ਚਾਹੀਦਾ, ਸ਼ਰਮਿੰਦਾ ਕਿਹਨੂੰ ਹੋਣਾ ਚਾਹੀਦਾ? ਸ਼ਰਮਿੰਦਾ ਅਸਲ ਵਿੱਚ ਅਬਲੀਸ ਨੂੰ ਹੋਣਾ ਚਾਹੀਦਾ, ਠੀਕ ਹੈ। ਔਰ ਅਸਾਂ ਪਿਛਲੇ ਹਫਤੇ ਸਿੱਖਿਆ ਸੀ ਕਿ ਦਿਲ ਜਿਹੜਾ ਵੇ ਉਹ ਜ਼ਮੀਨ ਨੂੰ ਪੇਸ਼ ਕਰਦਾ ਜਿੱਥੇ ਖੁਦਾ ਦਾ ਬੀਜ ਕੀ ਕੀਤਾ ਗਿਆ ਵੇ, ਬੋਇਆ ਜਾਂਦਾ ਵੇ, ਠੀਕ ਹੈ ਨਾ। ਤੇ ਸਾਡਾ ਦਿਲ ਦਾ ਪ੍ਰੋਬਲਮ ਕੀ ਹੁੰਦੀ ਹੈ? ਝਾੜੀਆਂ, ਅਸੀਂ ਆਲਰੇਡੀ ਕਰਾਊਡਡ ਹੁੰਦਾ, ਸਾਡੇ ਹੋਰ ਬੜੇ ਖੱਪ ਪਈ ਹੁੰਦੇ, ਸਾਨੂੰ ਹੋਰ ਬੜੇ ਮਸਲੇ ਚੱਲਦੇ ਹੁੰਦੇ ਨੇ ਸਾਡੇ, ਠੀਕ ਹੈ ਨਾ। ਸੋ ਪਹਿਲਾਂ ਤਾਂ ਸ਼ੈਤਾਨ ਆ ਕੇ ਲੈ ਜਾਂਦਾ ਜੀ, ਉਹਦੇ ਬਾਅਦ ਸਾਡੇ ਥਾਟ, ਪਹਿਲਾਂ ਹੋਰ ਸਾਡਾ ਕਰਾਊਡਡ ਸਪੇਸ ਹੁੰਦਾ ਉਹ ਚੁੱਕ ਕੇ ਲੈ ਜਾਂਦਾ ਵੇ, ਮਤਲਬ ਸਾਨੂੰ ਹੋਰ ਮਸਲੇ ਬੜੇ ਹੁੰਦੇ। ਲੇਕਿਨ ਦਾਊਦ ਸਾਨੂੰ ਚੈਲੰਜ ਦੇ ਰਿਹਾ ਜੀ, ਮੈਂ ਤੇਰੇ ਅਜੀਬ ਕੰਮਾਂ ਦਾ ਕੀ ਕਰਾਂਗਾ, ਬਿਆਨ ਕਰਾਂਗਾ। ਉਹਦੇ ਬਾਅਦ ਆਂਦਾ ਮੈਂ ਤੁਝ में खुशी मनाऊंगा, हेयर यू गो, और मसरूर रहूंगा। वाह जी वाह। ऐ जरा पढ़ो जरा दूसरी आयत पंजाबी जरा पढ़ो कि इत्थे लफ्ज की ने, मैं सुनना चाह रहा पंजाबी च की ने। हे परम प्रधान, मैं तेरे नाल तेरे कारण बहुत आनंदित होवांगा, मैं तेरे नाम दी वडाई करांगा। मैं तेरे कारण बहुत की होवांगा जी, आनंदन, आनंदन ही है ना वर्ड, आनंदित, आनंदित, आहा हा, क्या लफ्ज है जी, खुशी मनाऊंगा और मसरूर रहूंगा। मतलब सिर्फ खुशी नहीं है, एक होंदी है खुशी निरी स्माइल ने बस कर खड़ा निकी जी बात ना, सामने को दो दंद वहा खड़े, दैट स्माइल। एक होंदा है कह कहा लगाना, मसरूर होना, बंदा जंप मार के तालियां मार के उठ पैंदा, ओ खुदावंद वाह, प्रेज द लॉर्ड, मतलब अंदरों खुशी जेड़ी ना ओ जंप मार दी अंदरों बंदे दे, ठीक है ना। दैट्स द एक्सप्रेशन हियर। ते खुदा मैं सिर्फ खुश नहीं होवांगा, मैं सिर्फ स्माइल दे के नहीं बैठांगा, बल्कि आई विल बी मसरूर, आई विल बी जंप आउट, मैं सताइश करांगा। ए हक ताला मैं तेरी की करांगा सताइश। तो वेख्या वे एक कॉन्सेप्ट ਨੂੰ 4 ਲੈਵਲ ਤੇ ਉਹਨੇ ਬਿਆਨ ਕੀਤਾ ਹੈ, ਠੀਕ ਹੈ। ਨੰਬਰ 1 ਸ਼ੁਕਰਗੁਜ਼ਾਰੀ, ਨੰਬਰ 2 ਬਿਆਨ, ਨੰਬਰ 3 ਆਨੰਦਤ, ਖੁਸ਼ੀ, ਮਸਰੂਰੀ ਔਰ ਮੈਂ ਸਤਾਇਸ਼, ਯਾਨੀ ਇੱਕ ਹੀ ਕਨਸੈਪਟ ਨੂੰ 4 ਲੈਵਲ ਤੇ ਉਹਨੇ ਜਾ ਕੇ ਬਿਆਨ ਕੀਤਾ ਹੈ, ਠੀਕ ਹੈ ਜੀ। ਨਾਓ ਹੀ ਇਜ਼ ਕਮਿੰਗ ਦੁਸ਼ਮਨ, ਔਰ ਨਾਓ ਹੀ ਇਜ਼ ਇੰਟਰੋਡਿਊਸਿੰਗ ਦੁਸ਼ਮन कौन है, ठीक है जी। दूसरी आयत, तीसरी आयत कह रही जी, जब मेरे दुश्मन पीछे हटते हैं तो तेरी हजूरी के सबब से लग़्ज़श खाते और हलाक हो जाते हैं। अच्छा, दुश्मन कौन है? इंटरेस्टिंगली ਜਿਹੜਾ ਮੈਂ ਤੁਹਾਨੂੰ ਮਿਸਟੀਕਲ ਦੱਸਿਆ ਸੀ ਨਾ, ਮਿਸਟੀਕਲ ਜ਼ਬੂਰ ਦਾ ਉਹਨਾਂ ਕਿਹਾ ਵੇ, ਉਹਨਾਂ ਨੇ ਪਤਾ ਹੈ ਉਹਨਾਂ ਉੱਥੇ ਪ੍ਰੋਪਰ ਨਾਂ ਦਿੱਤਾ ਵੇ, ਉਹਨਾਂ ਦੁਸ਼ਮਣਾਂ ਦਾ ਜਨਰਲ ਛੱਟਾ ਨਹੀਂ ਮਾਰਿਆ, ਠੀਕ ਹੈ। ਉਹ ਕੀ ਕਹਿੰਦੇ ਨੇ? ਆਈ ਐਮ ਗੋਇੰ ਟੂ ਰੀਡ दैट ਇੰਟਰਸਟਿੰਗ। ਕਹ ਰਿਹਾ ਜੀ, when Goliath was slain, the Palestine stumbled back home because they were in fear of Gevurah. That's a word they use for the courtroom या खुदा रे तख्त नु ना लफ्ज यूज कीता भी, Gevurah, GEVURAH, Gevurah या Gevurah, Gevurah ही पढ़ांगे क्यों गाफ हुंदा ना, मेरा ख्याल है इब्रानी च गाफ हुंदा, यस। तो Gevurah ਅਸੀਂ ਉਹਨੂੰ ਪੜਾਂਗੇ। तो वो कह रहा जी कि ਜਦੋਂ ਗੁਲਾਇਤ, ਇੱਥੇ ਸਾਡੇ ਕੋਲ ਤਰਜਮਾ ਕੀ ਹੈ, ਜਬ ਤੇਰੇ ਦੁਸ਼ਮਨ, ਤੁਹਾਡੇ ਕੋਲ ਕੀ ਜੀ ਤੀਸਰੀ ਆਇਤ ਪੰਜਾਬੀ ਚ ਕੀ ਲਿਖਿਆ? ਮੇਰੇ ਵੈਰੀ ਪਛਾਣ ਮੁੜ ਜਾਂਦੇ ਹਨ। ਹਾਂ, ਮੇਰੇ ਵੈਰੀ। तो ਅਸੀਂ ਵੇਖਣਾ ਜੀ ਵੈਰੀ ਨੇ, ਪਰ ਕਿਹੜੇ ਵੈਰੀ ਨੇ ਕੋਈ ਪਤਾ ਕੋਈ ਨਹੀਂ, ਲੇਕਿਨ ਹੇਅਰ ਯੂ ਗੋ, ਦੈਟਸ ਅ ਸਪੈਸੀਫਿਕ ਨੇਮ, ਠੀਕ ਹੈ। ਗੁਲਾਇਤ, ਉਹਨੇ ਕਿਹਾ ਜਦੋਂ ਤੂੰ ਜੂਲੀਅਤ ਨੂੰ ਮਾਰਿਆ ਵੇ, ਗੁਲਾਇਤ ਨੂੰ, ਤੇ ਫਿਲਿਸਤੀ ਜਦੋਂ ਪਿੱਛੇ ਹਟੇ ਨੇ ਤੇ ਉਹ ਡਰ ਗਏ। ਕਿਉਂ ਡਰ ਗਏ? ਨਜ਼ਰ ਤੇ ਸਾਹਮਣੇ ਦਾਊਦ ਆ ਰਿਹਾ ਸੀ ਜਿਹਨੇ ਪੱਥਰ ਘੁਮਾ ਕੇ ਮਾਰਿਆ ਵੇ, ਲੇਕਿਨ ਐਕਚੁਅਲੀ ਜਿਹੜਾ ਸੀ ਉੱਥੇ ਲਿਖਿਆ ਸੀ ਗਿਵਯੂਰਾ, ਯਾਨੀ ਖੁਦਾਵੰਦ ਤੇਰਾ ਤਖਤ ਜਿਹੜਾ ਸੀ ਉੱਥੇ ਕੀ ਹੋਇਆ ਸੀ, ਉਹ ਲੱਗਾ ਹੋਇਆ ਸੀ। ਇਨ ਅ ਸਪਿਰਿਚੁਅਲ ਰੈਲਮ ਦਾਊਦ ਦੇ ਪੱਥਰ ਨੂੰ ਜਿਹਨੇ ਨਿਸ਼ਾਨਾ ਬਣ ਕੇ ਜਿਹੜੀ ਸਪੀਡ ਦੇ ਨਾਲ ਜਿਹਨੇ ਜਾ ਕੇ ਮਾਰਿਆ ਨਾ, that was God's throne room, ਜਿਹਨੇ ਸਲੇਨ ਕੀਤਾ ਵੇ, ਠੀਕ ਹੈ ਜੀ। and because they were in fear of Gevurah, justice for Israel was being served because of the Philistines oppression, ਉਹਨਾਂ ਦੇ ਜ਼ੁਲਮ ਦੀ ਵਜ੍ਹਾ ਤੋਂ। ਕਹਿੰਦਾ ਖੁਦਾਵੰਦ तूने मेरे हक की और मेरे मामले की तायद की है, तूने तख्त पर बैठकर सदाकत से की किया वे इंसाफ किया है, ठीक है जी। अच्छा, हुण जो असीं इत्थे पढ़दे हां ना, जिहड़ी अगली आयत ना, तूने कौमों को झिड़का, 5वीं आयत, तूने शरीरों को हलाक किया। अच्छा ना, कौमां ते शरीर है कौन ने भाई? मतलब ਅਸੀਂ ਅੱਜ ਜਦੋਂ ਪੜੀਏ ਤੇ ਅਸੀਂ ਕਿਹਨਾਂ ਨੂੰ ਗਿਣਾਂਗੇ? ਅਸੀਂ ਬਾਜ਼ ਔਕਾਤ ਕੌਮਾਂ ਤੇ ਸ਼ਰੀਰ ਉਹਨਾਂ ਨੂੰ ਮੰਨਦੇ ਆ, ਜਾਂ ਤੇ ਅਸੀਂ ਆਪਣੇ ਹਿੰਦੂਆਂ ਨੂੰ ਕਹਿ ਦਾਂਗੇ, ਜਾਂ ਅਸੀਂ ਸਿੱਖਾਂ ਨੂੰ ਕਹਿ ਦਾਂਗੇ, ਜਾਂ ਅਸੀਂ ਏਥੀਅਸ ਨੂੰ ਕਹਿ ਦਾਂਗੇ, ਜਾਂ ਅਸੀਂ ਮੁਸਲਮਾਨਾਂ ਨੂੰ ਕਹਿ ਦਾਂਗੇ, ਜਾਂ ਜਿਹੜੇ ਕਿਸੇ ਨੂੰ ਨਹੀਂ ਮੰਨਦੇ ਅਸੀਂ ਉਹਨੂੰ ਕਰਾਂਗੇ ਜੀ ਉਹ ਜੀ ਇਹ ਕੌਮਾਂ ਨੇ ਤੇ ਜਨਾਬ ਇਹ ਸ਼ਰੀਰ ਨੇ ਜਿਨ੍ਹਾਂ ਦੇ ਬਾਰੇ ਗੱਲ ਹੋਣ ਰਹੀ ਹੈ, ਠੀਕ ਹੈ ਨਾ, ਕਿਉਂਕਿ ਅਸੀਂ ਅੱਜ ਪੜ੍ਹਨ ਰਹੇ ਹਾਂ ਨਾ। ਲੇਕਿਨ ਉਸ ਦੌਰ ਦੇ ਵਿੱਚ ਜਿਹੜੀਆਂ ਇਰਦ ਗਿਰਦ ਸ਼ਰੀਰ ਕੌਮਾਂ ਸਨ,
the Jewish mystical interpretation give the names. ਉਹ ਨਾਂ ਕੀ ਨੇ? ਉਹ ਕਹਿ ਰਿਹਾ ਜੀ the Lord yes, the Lord is resting until the defeat of Amalek. ਅਮਾਲੀਕੀ ਜਿਹੜੇ ਹਨ, ਜਿਹੜੇ ਇਬਰਾਨੀ ਕੌਮ ਦੇ ਦੁਸ਼ਮਣ ਸਨ ਜਿਹੜੇ, ਠੀਕ ਹੈ, ਅਮਾਲੀਕ, for when that happens, Gevura, again ਖੁਦਾ ਦਾ ਤਖਤ, ਠੀਕ ਹੈ, Gevura will judge the world from his throne. ਓਕੇ ਜੀ, ਖੁਦਾ ਦਾ ਕੋਰਟ ਰੂਮ, ਖੁਦਾ ਦੀ ਪ੍ਰੈਜ਼ੈਂਸ ਜਿਹੜੀ ਹੈ, ਖੁਦਾ ਦਾ ਤਖਤ ਜਿਹੜਾ ਹੈ ਨਾ, ਉਹ ਇਹਨਾਂ ਕੌਮਾਂ ਦੀ ਕੀ ਕਰੇਗਾ? ਅਦਾਲਤ ਕਰੇਗਾ। ਤੂਨੇ ਉਨਕਾ ਨਾਮ ਅਬਦੁਲ ਆਬਾਦ ਕੇ ਲਈ ਕੀ ਕਰ ਦਿੱਤਾ? ਤੂੰ ਮਿਟਾ ਡਾਲਾ ਹੈ। ਅੱਛਾ, ਦਿਲਚਸਪ ਗੱਲ ਵੇਖੋ, ਤੁਹਾਨੂੰ ਇੱਥੇ ਨਾ ਜਿਹੜਾ ਜਿਵਿਸ਼ ਕਨਸੈਪਟ ਹੈ ਨਾ, ਮੌਤ ਲਿਬੀਨ ਔਰ ਤੂਨੇ ਉਨਕਾ ਨਾਮ ਮਿਟਾ ਡਾਲਾ ਹੈ, ਇਟਸ ਅ ਕੰਟਰਾਸਟ, ਠੀਕ ਹੈ, ਕਿ ਸ਼ਰੀਰਾਂ ਨੂੰ ਕੌਮਾਂ ਨੂੰ ਖੁਦਾ ਤੋਂ ਨਾਮ ਮਿਟਾ ਹੜਿਆ, ਲੇਕਿਨ ਅਸੀਂ ਜਿਹੜੇ ਆ ਵੀ ਆਰ ਬਿਯੋਂਡ, ਵੀ ਆਰ ਇਮੋਰਟਲ ਨਾਓ, ਬਿਕੋਜ਼ ਖੁਦਾਵੰਦ ਤੂੰ ਸਾਡਾ ਨਾਂ ਕੀ ਰੱਖੇਗਾ? ਹਮੇਸ਼ਾ ਤੱਕ ਕਾਇਮ ਰੱਖੇਗਾ। ਦੈਟਸ ਪਰਫੈਕਟ ਕੰਟਰਾਸਟ। ਓਕੇ ਜੀ, ਸੋ ਅੱਗੇ ਜਦੋਂ ਅਸੀਂ ਵੇਖਦੇ ਹਾਂ ਨਾ, ਐਸੇ ਗੱਲ ਨੂੰ ਉਹਨੇ 6ਵੀਂ ਆਇਤ ਕੀਤਾ ਵੀ ਦੁਸ਼ਮਣ ਤਮਾਮ हुए। ਅੱਛਾ ਵੇਖੋ ਹੁਣ ਸੇਮ कॉन्सेप्ट 4 या 5 सुपरलेटिव डिग्रीज। नंबर 1, तूने शरीरों को हलाक किया है, अब्दुल आबाद के लिए मिटा डाला है, दुश्मन तमाम हुए, बर्बाद हो गए, उनके शहरों को उनकी यादगार तक मिट गई। हियर यू गो। कितने लेवल लाए ने जी उन्हें? हलाक, मिटा, बर्बाद, ढा, यादगार गई। किन्ने 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 लेवल ने? 5 लेवल ने। ओके, 5 लेवल ਜਿਹੜਾ ਵੇ ਪੋਇਟਰੀ ਦੇ ਵਿੱਚ ਉਹਨਾਂ ਦੀ ਅਨਾਉਂਸ ਕਰਨ ਦਿਆ ਕਿ ਖੁਦਾ ਦੀ ਅਦਾਲਤ, ਖੁਦਾ ਉਹਨਾਂ ਦੀ ਅਦਾਲਤ ਕੀਤੀ ਹੈ, and they have been wiped out from the face of the earth. लेकिन now here you go, now he's contrasting again, लेकिन खुदावंद अब तक की है जी तख्त नशीन है, उसने इंसाफ के लिए अपना तख्त की कर लिया है, तैयार कर लिया है। ਹੁਣ सेम खुदा ਦੀ ਜਿਹੜੀ ਅਦਾਲਤ ਹੈ ਉਹ ਕੀ ਹੈ? अब तक तख्त तैयार हो गया, सदाकत से, रास्ती से, 4 चीज़ां ने ਇੱਕੋ ਹੀ ਕਨਸੈਪਟ ਨੂੰ 4 ਡਿਗਰੀ ਚ ਜਿਹਨੇ ਕੀਤਾ। दैट इज व्हाट वी कॉल्ड हिब्रू पोएट्री ਦੇ ਵਿੱਚ पैरेललिज्म, ਕਿ this is how parallelism is, ਠੀਕ ਹੈ ਜੀ। ਉਹਦੇ ਬਾਅਦ ਅੱਗੇ ਕਹਿ ਰਿਹਾ ਜੀ, ਹੁਣ ਉਹ ਗੱਲ ਕਰਨ ਡਿਆ ਵੇ ਵਿਕਟਮਸ, ਲੋਕਾਂ ਨੂੰ ਜਿਹੜੇ ਵਿਕਟਮਾਈਜ਼ ਹੋਏ ਨੇ, ਠੀਕ ਹੈ, ਜਿਹੜੇ ਲੋਕ ਮਾਰਜਨਲਾਈਜ਼ ਹੋ ਗਏ ਨੇ, ਜਿਹੜੇ ਲੋਕ ਜ਼ੁਲਮ ਦਾ ਸ਼ਿਕਾਰ ਹੋਏ ਨੇ, ਮਜ਼ਲੂਮ ਨੇ, ਉਹਨਾਂ ਵਾਸਤੇ ਕੀ ਕਹਿ ਰਿਹਾ ਜੀ? खुदावंद मजलूमों के लिए ऊंचा बुर्ज है, मुसीबत के अय्याम में ऊंचा बुर्ज, रिपीट, जो तेरा नाम जानते हैं तुझ पर क्या करेंगे? तवक्कल करेंगे, क्योंकि ऐ खुदावंद तूने अपने तालिबों को तर्क, साडे कोल तालिब लिखा, तर्क नहीं किया है। ਅਸੀਂ ਬੜਾ ਤਾਲਿਬਾਨ ਸੁਣਨੇ ਆ, ਲੇਕਿਨ ਤਾਲਿਬਾਨ ਅਸਲ ਵਿੱਚ ਇੱਥੇ ਵੀ ਹੈ, ਠੀਕ ਹੈ। ਇੱਥੇ ਉਹ ਤਾਲਿਬ ਨੇ ਜਿਹੜੇ ਸਪਿਰਿਚੁਅਲਿਟੀ ਦੇ, ਜਿਹੜੇ ਖੁਦਾ ਨੂੰ ਲੱਭਦੇ ਨੇ, ਉਹ ਖੁਦਾ ਦੇ ਨਾਲ ਚੱਲਣਾ ਚਾਹੁੰਦੇ ਨੇ। ਔਰ ਜਿਹੜੀ 10ਵੀਂ ਆਇਤ ਨਾ, ਬਾਈ ਦਾ ਵੇ, ਉਹ ਜ਼ਬੂਰ ਨੰਬਰ 9 ਦਾ ਸੈਂਟਰਲ ਥੀਮ ਹੈ। ਸੈਂਟਰਲ ਥੀਮ ਹੈ ਜ਼ਬੂਰ ਨੰਬਰ 9 ਦਾ। ਪੰਜਾਬੀ ਚ ਕੀ 10ਵੀਂ ਆਇਤ ਪੜ੍ਹੋ ਜੀ ਜ਼ਰਾ। ਜੋ ਤੇਰੇ ਨਾਂ ਨੂੰ ਜਾਣਦੇ ਹਨ ਉਹ ਤੇਰੇ ਤੇ ਭਰੋਸਾ ਰੱਖਦੇ ਹਨ, ਪ੍ਰਭੂ ਤੂੰ ਆਪਣੇ ਕੋਲ ਆਉਣ ਵਾਲਿਆਂ ਨੂੰ ਕਦੀ ਛੱਡਦਾ ਨਹੀਂ। Here you go, that's interesting concept। ਕਿ ਪਹਿਲੀ ਗੱਲ ਤੇ ਆ ਵੀ ਖੁਦਾ ਦੇ ਕੋਲ ਹੁੰਦੇ ਕੌਣ ਨੇ? ਕਲਾਮ ਵਿੱਚ ਯਿਸੂ ਮਸੀਹ ਨੇ ਬਿਆਨ ਕੀਤਾ ਸੀ ਜੀ ਕਿ ਜਿੰਨੇ ਚਿਰ ਤੱਕ ਕਿਸੇ ਨੂੰ ਅਸਮਾਨ ਤੋਂ ਨਾ ਦਿੱਤਾ ਜਾਏ, ਉਹਨੇ ਚਿਰ ਤੱਕ ਕੋਈ ਬੰਦਾ ਪਾ ਨਹੀਂ ਸਕਦਾ। ਯਾਨੀ ਇਹ ਖੁਦਾ ਦਾ ਰੂਹ ਹੈ ਜਿਹੜਾ ਲੋਕਾਂ ਨੂੰ ਤੌਫੀਕ ਦਿੰਦਾ ਵੇ ਕਿ ਉਹ ਕਿੱਥੇ ਆਉਣ, ਉਹ ਖੁਦਾ ਦੇ ਕੋਲ ਆਉਣ। ਤੇ ਜਦੋਂ ਆ ਜਾਂਦੇ ਨੇ ਤੇ ਫਿਰ ਖੁਦਾ ਉਹਨਾਂ ਨੂੰ ਕਦੀ ਵੀ ਕੱਢਦਾ ਨਹੀਂ ਹੈ, ਠੀਕ ਹੈ, ਉਹਨਾਂ ਨੂੰ ਖੋ ਨਹੀਂ ਸਕਦਾ। ਤਾਂ ਮੈਨੂੰ ਇਹ ਲੱਗਦਾ ਵੇ ਕਿ ਇਹ ਸੇਮ ਕਨਸੈਪਟ ਯਿਸੂ ਮਸੀਹ ਨੇ ਬਿਆਨ ਕੀਤਾ ਵੇ ਯਹੋਨਾ ਦੀ ਇੰਜੀਲ 10ਵੇਂ ਬਾਬ ਦੇ ਵਿੱਚ। ਜ਼ਰਾ ਪੜ੍ਹੋ ਜੀ ਪੰਜਾਬੀ ਚ ਉੱਥੇ ਕੀ ਹੈ। ਯਹੋਨਾ ਦੀ ਇੰਜੀਲ ਉਹਦਾ 10ਵਾਂ ਬਾਬ ਹੈ ਔਰ ਉਹਦੀ 28 ਆਇਤ। ਮੈਂ ਉਹਨਾਂ ਨੂੰ ਅਨੰਤ ਜੀਵਨ ਦਿੰਦਾ ਹਾਂ, ਉਹ ਕਦੀ ਨਾਸ਼ ਨਹੀਂ ਹੋਣਗੀਆਂ, ਉਹਨਾਂ ਨੂੰ ਮੇਰੇ ਹੱਥੋਂ ਕਦੀ ਕੋਈ ਖੋ ਨਹੀਂ ਸਕਦਾ। ਹਾਂਜੀ, ਅਗਲੀ ਆਇਤ ਵੀ ਪੜ੍ਹ ਦਿਓ। ਉਹ ਜੋ ਕੁਝ ਮੇਰੇ ਪਿਤਾ ਨੇ ਮੈਨੂੰ ਦਿੱਤਾ ਹੈ ਸਭ ਤੋਂ ਉੱਤਮ ਹੈ ਅਤੇ ਕੋਈ ਵੀ ਉਸ ਨੂੰ ਮੇਰੇ ਪਿਤਾ ਕੋਲੋਂ ਖੋ ਨਹੀਂ ਸਕਦਾ। Here you go। ਤੁਹਾਨੂੰ ਗੂੰਜ ਸੁਣਾਈ ਦਿੱਤੀ ਹੈ ਜ਼ਬੂਰ 9 ਦੀ ਇਸ ਆਇਤ ਦੀ, ਠੀਕ ਹੈ ਨਾ। ਨੰਬਰ 1 ਕਿ ਜਿਹੜੀਆਂ ਮੇਰੇ ਕੋਲ ਹੋਣਗੀਆਂ ਇੱਕ ਤੋਂ ਕਦੀ ਹਲਾਕ ਨਹੀਂ ਹੋਣਗੀਆਂ। ਓਕੇ, ਮੌਤ ਲਿਬੀਨ ਮਤਲਬ ਇਮੋਰਟੈਲਿਟੀ, ਠੀਕ ਹੈ, they will never die, they will never perish। ਔਰ ਦੂਜੇ ਨੰਬਰ ਤੇ ਉਹਨਾਂ ਨੂੰ ਕੋਈ ਮੇਰੇ ਹੱਥੋਂ ਖੋ ਵੀ ਨਹੀਂ ਸਕਦਾ, ਠੀਕ ਹੈ, ਕਿਉਂਕਿ ਉਹ ਮੇਰੇ ਕੋਲ ਆਈਆਂ ਨੇ ਔਰ ਜਿਹੜੇ ਬਾਪ ਨੇ ਮੈਨੂੰ ਦਿੱਤੀਆਂ ਨੇ ਉਹ ਵੱਡਾ ਵੇ, ਉਹਦੇ ਹੱਥੋਂ ਵੀ ਕੋਈ ਨਹੀਂ ਖੋ ਸਕਦਾ। ਮਤਲਬ ਇਹ ਵੇ ਕਿ ਨਾ ਬਾਪ ਉਹਨਾਂ ਨੂੰ ਲੈ ਕੇ ਆਇਆ ਵੇ, ਕਿਉਂਕਿ ਬਾਪ ਲੈ ਕੇ ਆਇਆ ਵੇ, they are under the protection, under the hedge of the God's protection। now they come to me, ਉਹ ਹੁਣ ਮੇਰੇ ਹੱਥ 'ਚ ਨੇ ਤੇ ਮੇਰੇ ਕੋਲ ਵੀ ਕੋਈ ਨਹੀਂ ਖੋ ਸਕਦਾ, ਠੀਕ ਹੈ। so that's
ਕਿਉਂਕਿ ਖੁਦਾਵੰਦ ਤੂੰ ਆਪਣੇ ਕੋਲ ਆਉਣ ਵਾਲਿਆਂ ਨੂੰ ਕਦੀ ਵੀ ਜਾਣ ਫਿਰ ਨਹੀਂ ਦੇਣਾ। ਠੀਕ ਹੈ ਜੀ। ਸੋ ਸੇਮ ਕਨਸੈਪਟ ਯਿਸੂ ਮਸੀਹ ਨੇ ਕਿ ਉਹਨਾਂ 10ਵੇਂ ਆਇਤ ਦੇ ਵਿੱਚ ਸਾਡੇ ਸਾਹਮਣੇ ਪੇਸ਼ ਕਰਨ ਦੇ ਨੇ ਜੀ। ਓਕੇ ਜੀ, ਅੱਗੇ ਹੁਣ 11ਵੀਂ ਆਇਤ ਦੀ ਇਨਵੀਟੇਸ਼ਨ ਹੈ ਲੋਕਾਂ ਨੂੰ। ਇਨਵੀਟੇਸ਼ਨ ਕੀ ਹੈ? खुदावंद की सताइश करो जो सिय्योन में रहता है। ओके, देन अगेन रिपीट, लोगों के दरमियान उसके कामों दा की करो, चुप चपीते घर बह के ते बस दड़ वट जाओ। दैट्स नॉट अ सीन। की है जी? गो एंड टेल लोगों के दरमियान। पहला कहंदा जी पहली आयत विच कहंदा मैं तेरे सब अजीब कमां दा बयान करांगा। किथे करांगा? घर बह के किते फेसबुक स्टेटस ते सोशल मीडिया ते मैं पावांगा। ठीक है, लेकिन खुदावंद मैं कौमां दे विच की करांगा? मैं तेरा ओदा बयान करांगा। आई विल प्रोक्लेम। वजह की कहंदे आवे, वजह ओदी ऐ नहीं है कि मेरे नाल कोई बड़ा चंगा काम होया। वजह है वे कि जेड़ा करन वाला वे ओ इस काबिल है, ही इज वर्दी टू प्रोक्लेम, ओदे कमां दा बयान कीता जाए। रीजन की कहंदा जी, क्योंकि खून की पुरसिश करने वाला उनको याद रखता है। गॉड हैज अ वेरी शार्प मेमोरी। खुदा याद रखदा वे। नंबर 2, वो गरीबों की फरियाद को नहीं भूलता। अगेन मेमोरी नु दोबारा दूजे टर्म दे नाल। ठीक है, एक कोई कॉन्सेप्ट ना रिपीटिंग। आगे फिर कहना खुदावंद मुझ पर रहम कर, तू जो मौत के फाटकों से मुझे उठाता है। हियर यू गो अगेन, मौत का कॉन्सेप्ट आया। ठीक है ना, कि खुदा मरा नहीं देगा। गॉड विल टेक यू। मेरे उस दुख को देख जो मेरे नफरत करने वालों की तरफ से। ओ हियर यू गो, दैट्स अ वेरी वेरी पावरफुल आइडिया जी। ਅਸੀਂ ਸਾਰੇ ਨਾ ਜ਼ਿੰਦਗੀ 'ਚ ਸਾਨੂੰ ਬੜੀ ਵਾਰੀ ਇਨਸਲਟ ਫੀਲ ਹੁੰਦੀ ਹੈ। ਲੋਕੀ ਸਾਡੇ ਇਨਸਲਟ ਕਰਦੇ ਨੇ, ਰਿਜੈਕਟ ਕਰਦੇ ਨੇ ਲੋਕੀ, ਪੀਪਲ ਮਾਰਜਨਲਾਈਜ਼ ਅਸ। ਅੱਜ ਮੈਂ ਅਮਿਤਾਭ ਬੱਚਨ ਦੀ ਇੱਕ ਲਾਈਫ ਸਟੋਰੀ ਡੀਕੈਪਰੀਓ ਅਦਾਕਾਰ ਨਾ, ਜਿਹੜਾ ਸਾਡਾ ਟਾਈਟੈਨਿਕ ਵਾਲਾ ਹੀਰੋ ਜਿਹੜਾ ਵੇ, ਜੈਕ ਸੀ, ਜੌਨ ਸੀ, ਹੂਐਵਰ। ਸੋ ਡੀਕੈਪਰੀਓ ਦੇ ਨਾਲ ਨਾ ਉਹਦੀ ਉਹ ਸੀ ਪਿਕਚਰ, ਔਰ ਅਮਿਤਾਭ ਬਿਗ ਬੀ ਦੀ ਨਾ ਉਹਨੂੰ ਲਾਈਫ ਸਟੋਰੀ ਦਿੱਤੀ ਹੋਈ BBC ਨੇ, ਔਰ ਉੱਥੇ ਉਹਨਾਂ ਪੇਸ਼ ਕੀਤਾ ਜੀ ਕਿ ਹਾਊ ਹੀ ਵਾਜ਼ ਇਨਸਲਟਡ, ਰਿਡਿਕਲਡ ਐਂਡ ਹੀ ਵਾਜ਼ ਰਿਜੈਕਟਡ in the early stages, but now he's the star of the millennium. Okay, so what is the response those who insult us, ਜਿਹੜੇ ਸਾਨੂੰ ਰਿਜੈਕਟ ਕਰਦੇ ਨੇ, ਜਿਹੜੀ ਸਾਡੀ ਬੇਇੱਜ਼ਤੀ ਕਰਦੇ, ਉਹਦਾ ਰਿਸਪੌਂਸ ਕੀ ਹੈ? ਸਾਇਲੈਂਸ। ਉਹਦਾ ਰਿਸਪੌਂਸ ਕੀ ਹੈ? ਸਾਇਲੈਂਸ। why? because time will judge। ਜਦੋਂ ਅਸੀਂ ਚੁੱਪ ਕਰ ਜਾਂਦੇ ਆ, ਅਸੀਂ ਉਹਨਾਂ ਨੂੰ ਰਿਸਪੌਂਡ ਨਹੀਂ ਕਰਦੇ, then God's judgment intervene। ਠੀਕ ਹੈ, ਔਰ ਫਿਰ ਤੁਹਾਡੀ ਸਕਸੈਸ ਜਿਹੜੀ ਹੈ, ਫਿਰ ਜਿਹੜੀ ਤੁਹਾਡੀ ਕਾਮਯਾਬੀ ਹੈ, ਫਿਰ ਜਿਹੜੀ ਤੁਹਾਡੀਆਂ ਬਰਕਤਾਂ ਨੇ, ਫਿਰ ਉਹ ਸ਼ੋਰ ਪਾ ਦਿੰਦੀਆਂ ਨੇ। ਠੀਕ ਹੈ ਨਾ, ਕਿਉਂਕਿ ਫਿਰ ਸਾਨੂੰ ਸ਼ੋਰ ਪਾਉਣ ਦੀ ਲੋੜ ਨਹੀਂ ਪੈਂਦੀ। ਓਕੇ, then your success, ਤੁਹਾਡੀ ਜਿਹੜੀ ਖੁਦਾ ਨੇ ਤੁਹਾਨੂੰ ਬਲੇਸਿੰਗ ਦਿੱਤੀ, ਉਹਦੀ ਮਲਟੀਪਲੀਕੇਸ਼ਨ ਜਿਹੜੀ ਹੈ ਨਾ, yours they speak a lot। ठीक है, so that's what कहता खुदावंद मेरे उस दुख को देख जो मेरे नफरत करने वालों की तरफ से है। आंदा मैं उन्होंने जवाब नहीं दूंगा, पर मैं की करांगा? मैं तेरी कामिल सताइश का इजहार करूंगा। खुदा मैं तेरे च मगन रहांगा। मैनू इन्हां दी कोई परवाह केड़ा की कहण दिया, की चवला मारन दिया, की झूठ मारन दिया, की जनाब साडे खिलाफ गुनाह करने ने। आई डोंट हैव टाइम टू फोकस ऑन दैट। ठीक है जी, आगे कह रही सिय्योन की बेटी के फाटकों पर मैं तेरी निजात से शादमान होऊंगा। सो जी अगे ਅਸੀਂ ਵੇਖਨੇ ਆ ਜੀ ਕਿ ਜਿਹੜਾ ਆਖਰੀਆਂ ਜਿਹੜਾ 3-4 ਆਇਤਾਂ ਨਾ ਸਲਾਹ ਤੋਂ ਬਾਅਦ, ਉਹਦੇ ਵਿੱਚ ਉਹ ਖੁਦਾ ਦੀ ਅਦਾਲਤ ਨੂੰ ਰਿਵੋਕ ਕਰਨ ਡਿਆ ਵੇ। ਖੁਦਾ ਨੂੰ ਪਟੀਸ਼ਨ ਹੈ, ਉਹਦੀ ਪਟੀਸ਼ਨ ਨੂੰ ਕੀ ਹੈ? ਖੁਦਾਵੰਦ जी गरीबों की उम्मीद रहेगी। खुदावंद अदालत ला, उन्होंने खौफ दिला, कौमे आप को ही अपने आप को बशर ही जाने। कहना जी लोगों को खुदावंद समझा, उन्होंने कोई मत दे, वो अपने आप को खुदा ना बनान, वो अपने आप को बाकी लोगों तो स्पैशल यूनीक या अपने आप को सुपीरियर ना समझन, वो अपने आप को इंसान ही समझन। वो अपने आप को बंदे का पुत्र ही बनाया ना, ये बड़ी गल है। वो अपने आप को कोई सुपर नैचुरल किस्म की चीज ना बनान। So that's the prayer जितो खत्म कर दे। ऐ खुदावंद उनको खौफ दिला, कौमें अपने आप को बशर ही जाने। So खुदावंद सानू सारा नू ज़बूर 9 दे वसीले अपने कलाम और अपने जिहड़ी खुदा दा जिहड़ा बयान है वो करन दा और खुदा दी हम्द सताइश करन दा फजल देवे। आमीन। आमीन। थैंक यू पास्टर जी। मैं हुण इनवाइट कर दी आंटी ज्योति ਨੂੰ ਕਿ ਉਹ ਸਾਡੇ ਸਾਰਿਆਂ ਨਾਲ ਆਪਣੇ ਸਵਾਲ ਤੇ ਆਪਣੀ ਕਮੈਂਟਰੀ ਸ਼ੇਅਰ ਕਰਨ। ਇੱਕ ਵਾਰ ਫਿਰ ਸਾਰਿਆਂ ਨੂੰ ਜੈ ਮਸੀਹ ਦੀ। ਇਹ ਜ਼ਬੂਰ 9 ਜਿਹੜਾ ਹੈ ਬੜਾ ਪਾਵਰਫੁਲ ਜ਼ਬੂਰ ਹੈ। ਇਸ ਸੇਮ ਜ਼ਬੂਰ 7 ਔਰ 8 ਜਿਹੜਾ ਪੜਿਆ, ਤਕਰੀਬਨ ਇਹ ਮਿਲਦੇ ਆ ਸਾਰੇ, ਪਰ ਇਸ ਵਿੱਚ ਦਾਊਦ ਨੇ ਪਰਮੇਸ਼ਵਰ ਦੇ ਨਿਆਂ ਦੀ ਗੱਲ ਕੀਤੀ ਹੈ ਔਰ ਉਸਨੇ ਪ੍ਰਭੂ ਦਾ ਧੰਨਵਾਦ ਕੀਤਾ ਹੈ। ਉਸਦੇ ਆਪਣੇ ਸਾਰੇ ਦਿਲ ਤੋਂ ਉਸਨੇ ਆਪਣੇ ਪ੍ਰਭੂ ਦਾ ਧੰਨਵਾਦ ਮੈਂ ਆਪਣੇ ਪੂਰੇ ਦਿਲ ਨਾਲ ਕਰਾਂਗਾ। ਪਹਿਲੀ ਆਇਤ ਵਿੱਚ ਜਿਸ ਤਰ੍ਹਾਂ ਲਿਖਿਆ ਕਿ ਉਸਦੇ ਸਭ ਅਦਭੁਤ ਕੰਮਾਂ ਦਾ ਮੈਂ ਵਰਣਨ ਕਰਾਂਗਾ। ਉਸਨੇ ਕਿਹਾ ਕਿ ਪ੍ਰਭੂ ਦੇ ਜੋ ਕੰਮ ਹਨ ਖੁਦਾਵੰਦ ਨੇ ਸਾਡੇ ਲਈ ਕੀਤੇ, ਅਸੀਂ ਜੋ ਵੀ
ਸੋਚਦੇ ਹਾਂ ਜਾਂ ਜੋ ਵੀ ਸਾਡੇ ਮਨ ਦੇ ਵਿੱਚ ਹੁੰਦਾ ਹੈ, ਪ੍ਰਭੂ ਦੇ ਅੱਗੇ ਜਦੋਂ ਅਸੀਂ ਪ੍ਰਾਰਥਨਾ ਕਰਦੇ ਹਾਂ, ਪ੍ਰਭੂ ਸਾਡੀਆਂ ਸਾਰੀਆਂ ਦੁਆਵਾਂ ਨੂੰ ਸੁਣਦਾ ਹੈ। ਉਸਨੇ ਕਿਹਾ ਕਿ ਆਪਣੇ ਪੂਰੇ ਦਿਲ ਦੇ ਨਾਲ, ਉਸਨੇ ਆਪਣੇ ਲਈ ਨਹੀਂ, ਇਹ ਸਾਡੇ ਲਈ ਵੀ ਹੈ ਕਿ ਅਸੀਂ ਆਪਣੇ ਪੂਰੇ ਦਿਲ ਦੇ ਨਾਲ ਖੁਦਾਵੰਦ ਦਾ ਧੰਨਵਾਦ ਕਰੀਏ ਔਰ ਉਸਦੇ ਕੰਮਾਂ ਨੂੰ ਬਿਆਨ ਕਰੀਏ ਔਰ ਲੋਕਾਂ ਵਿੱਚ ਦੱਸੀਏ। ਅਗਰ ਅਸੀਂ ਕੁਛ ਸਾਨੂੰ ਬਹੁਤ ਕੁਝ ਚੰਗਾ ਲੱਗਦਾ ਹੈ ਬਾਈਬਲ ਦੇ ਵਿੱਚੋਂ, ਜਾਂ ਅਸੀਂ ਹੋਲੀ ਵਚਨ ਦੇ ਵਿੱਚੋਂ ਕੁਝ ਪੜ੍ਹਦੇ ਹਾਂ, ਅਗਰ ਅਸੀਂ ਦੂਸਰਿਆਂ ਦੇ ਨਾਲ ਵੀ ਸ਼ੇਅਰ ਕਰਦੇ ਹਾਂ ਤੇ ਸਾਨੂੰ ਖੁਦ ਵੀ ਪਤਾ ਲੱਗਦਾ ਹੈ। ਔਰ ਅਗਰ ਕਿਸੇ ਨੂੰ ਅਸੀਂ ਦੱਸਦੇ ਹਾਂ ਉਸਦੇ ਵਿੱਚੋਂ, ਜਾਂ ਕਿਸੇ ਤੋਂ ਅਸੀਂ ਸੁਣਦੇ ਹਾਂ ਜੋ ਪ੍ਰਭੂ ਦੇ ਦਾਸ ਹਨ, ਜੋ ਪ੍ਰਭੂ ਦੇ ਲੋਕ ਹਨ, ਤਾਂ ਉਸਨੇ ਕਿਹਾ ਕਿ ਹਮੇਸ਼ਾ ਪ੍ਰਭੂ ਦੇ ਬਚਨਾਂ ਨੂੰ ਸੁਣੋ ਔਰ ਉਸਦਾ ਧੰਨਵਾਦ ਕਰੋ ਆਪਣੇ ਪੂਰੇ ਦਿਲ ਦੇ ਨਾਲ, ਕਿਉਂਕਿ ਖੁਦਾਵੰਦ ਹੀ ਹੈ ਜੋ ਸਭ ਕੁਝ ਬਣਾਉਣ ਵਾਲਾ ਔਰ ਸਾਰੀ ਸ੍ਰਿਸ਼ਟੀ ਨੂੰ ਰਚਣ ਵਾਲਾ। ਉਸਨੇ ਕਿਹਾ ਕਿ ਬੁਰੇ ਲੋਕਾਂ ਦੀ ਤੂੰ ਪਰਵਾਹ ਨਾ ਕਰ, ਕਿਉਂਕਿ ਜਦੋਂ ਖੁਦਾਵੰਦ ਤੁਹਾਨੂੰ ਬਚਨ ਦੇ ਵਿੱਚ ਅੱਗੇ ਵਧਾਉਂਦਾ ਹੈ ਤੇ ਤੁਹਾਨੂੰ ਆਪਣੀ ਨੌਲੇਜ ਦਿੰਦਾ ਹੈ, ਤੇ ਬਹੁਤ ਸਾਰੇ ਲੋਕੀ, ਜਿਸ ਤਰ੍ਹਾਂ ਪਾਸਟਰ ਜੀ ਨੇ ਵੀ ਦੱਸਿਆ, ਕਿ ਗੱਲਾਂ ਕਰਦੇ ਹਨ ਕਿ ਇਹਨੂੰ ਹੁਣ ਜ਼ਿਆਦਾ ਪਤਾ ਲੱਗ ਗਿਆ ਜਾਂ ਕਿੱਦਾਂ। ਉਸਨੇ ਕਿਹਾ ਕਿ ਲੋਕਾਂ ਦੀ ਪਰਵਾਹ ਨਾ ਕਰ, ਤੈਨੂੰ ਜੋ ਪਤਾ ਹੈ ਤੂੰ ਖੁਦਾਵੰਦ ਦੇ ਨਾਂ ਦਾ ਪ੍ਰਚਾਰ ਕਰ, ਉਸਨੂੰ ਬਿਨਾਂ ਕੁਝ ਸੋਚੇ, ਬਿਨਾਂ ਕੁਝ ਦੇਖੇ ਕਿ ਲੋਕੀ ਤੇਰੇ ਬਾਰੇ ਕੀ ਸੋਚਣਗੇ। ਉਸਨੇ ਪ੍ਰਭੂ ਦੇ ਨਿਆਂ ਦੀ ਗੱਲ ਕੀਤੀ ਹੈ। ਉਸਨੇ ਖੁਦਾਵੰਦ ਦਾ ਧੰਨਵਾਦ ਕੀਤਾ ਕਿ ਖੁਦਾ ਤੂੰ ਹਮੇਸ਼ਾ ਲਈ ਸੱਚਾ ਹੈ ਔਰ ਜ਼ਿੰਦਾ ਹੈ। ਜਦ ਅਸੀਂ ਪ੍ਰਾਰਥਨਾ ਕਰਦੇ ਹਾਂ ਆਪਣੇ ਖੁਦਾ ਦੇ ਅੱਗੇ, ਸਾਡੀਆਂ ਪ੍ਰਾਰਥਨਾਵਾਂ ਦਾ ਜਵਾਬ ਪ੍ਰਭੂ ਦਿੰਦਾ ਹੈ, ਚਾਹੇ ਅਸੀਂ ਕੁਛ ਵੀ ਹੋਈਏ। ਇਸਦੀ ਜਿਹੜੀ 16 ਆਇਤ ਹੈ ਉਸ ਵਿੱਚ ਖੁਦਾਵੰਦ ਨੂੰ 17 ਵਿੱਚ ਲਿਖਿਆ ਹੈ ਕਿ ਬੁਰੇ ਲੋਕਾਂ ਦਾ ਟਿਕਾਣਾ ਨਰਕ ਕੁੰਡ ਹੈ। ਅਗਰ ਅਸੀਂ ਸਭ ਕੁਝ ਜਾਣਦੇ ਹਾਂ ਜੋ ਸਾਡੇ ਪ੍ਰਭੂ ਨੇ ਸਾਡੇ ਲਈ ਨਿਯਮ ਬਣਾਏ ਹੈ, ਅਗਰ ਅਸੀਂ ਉਹਨਾਂ ਨੂੰ ਨਹੀਂ ਵੀ ਛੱਡਦੇ ਨਹੀਂ ਹਾਂ ਔਰ ਅਸੀਂ ਉਹੀ ਦੁਨਿਆਵੀ ਚੀਜ਼ਾਂ ਦੇ ਵਿੱਚ ਲੱਗੇ ਰਹਿੰਦੇ ਹਾਂ, ਜਦੋਂ ਕਿ ਖੁਦਾਵੰਦ ਦੇ ਬਚਨ ਵਿੱਚ ਸਾਫ਼ ਲਿਖਿਆ ਕਿ ਤੂੰ ਆਪਣੀਆਂ ਸਾਰੀਆਂ ਬੁਰੀਆਂ ਆਦਤਾਂ ਨੂੰ, ਝੂਠ ਬੋਲਣਾ, ਇਹ ਸਭ ਛੱਡ ਕੇ ਖੁਦਾਵੰਦ ਦੇ ਪਿੱਛੇ ਚੱਲ। ਔਰ ਖੁਦਾਵੰਦ ਨੇ ਕਿਹਾ ਕਿ ਉਹਨਾਂ ਦਾ ਟਿਕਾਣਾ ਕੀ ਹੈ? ਨਰਕ ਕੁੰਡ ਹੈ। ਜੋ ਅਗਰ ਪ੍ਰਭੂ ਦੇ ਬਚਨ ਨੂੰ ਜੋ ਸੁਣਦੇ ਹਨ, ਜੋ ਨਹੀਂ ਮੰਨਦੇ ਔਰ ਜੋ ਸੁਣ ਕੇ ਛੱਡ ਦਿੰਦੇ ਹਨ, ਖੁਦਾਵੰਦ ਨੇ ਕਿਹਾ ਕਿ ਮੈਂ ਉਹਨਾਂ ਦਾ ਖੁਦ ਉਹਨਾਂ ਦੀ ਮੈਂ ਸਜ਼ਾ ਖੁਦ ਉਹਨਾਂ ਤੋਂ ਲਵਾਂਗਾ ਕਿ ਤੁਸੀਂ ਆਪਣੇ ਕੰਮ ਵਿੱਚ ਧਿਆਨ ਦੇਖੋ, ਲੋਕਾਂ ਦੀ ਪਰਵਾਹ ਨਾ ਕਰੋ। ਔਰ ਪ੍ਰਭੂ ਦੇ ਇਸ ਵਚਨ ਦੇ ਵਿੱਚ ਬਹੁਤ ਕੁਝ ਸਿੱਖਣ ਨੂੰ ਮਿਲਦਾ। ਜੋ ਦਾਊਦ ਦੇ ਭਜਨ ਹਨ, ਬਹੁਤ ਹੀ ਪਾਵਰਫੁਲ ਭਜਨ ਹਨ, ਔਰ ਜਦੋਂ ਵੀ ਸਾਡੇ ਕੋਲ ਟਾਈਮ ਹੁੰਦਾ ਅਸੀਂ ਅਗਰ ਇਹਨਾਂ ਨੂੰ ਪੜ੍ਹਦੇ ਹਾਂ ਤੇ ਸਾਨੂੰ ਇਹਨਾਂ ਦੇ ਵਿੱਚੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਜੋ ਸਾਡੀ ਜ਼ਿੰਦਗੀ ਦੇ ਵਿੱਚ ਕੰਮ ਕਰਦਾ ਹੈ। ਔਰ ਪ੍ਰਭੂ ਦੀਆਂ ਬਰਕਤਾਂ ਆਪਣੇ ਆਪ ਸਾਨੂੰ ਮਿਲਦੀਆਂ ਹਨ ਜਦੋਂ ਅਸੀਂ ਸਭ ਕੁਝ ਛੱਡ ਕੇ ਪ੍ਰਭੂ ਦੇ ਪਿੱਛੇ ਲੱਗਦੇ ਹਾਂ। ਇਸਦੀਆਂ ਸਾਰੀਆਂ ਹੀ ਆਦਤਾਂ ਬਹੁਤ ਸੁਣੀਆਂ ਬਾਕੀ ਪਾਸਟਰ ਜੀ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਸਾਨੂੰ ਸਮਝਾਇਆ, ਕਿਉਂਕਿ ਸਾਨੂੰ ਵੀ ਉਹਨਾਂ ਨਹੀਂ ਪਤਾ ਹੁੰਦਾ। ਜਦ ਅਸੀਂ ਸੁਣਦੇ ਹਾਂ ਤਾਂ ਸਾਨੂੰ ਪਤਾ ਲੱਗਦਾ ਕਿ ਕਿਸ ਤਰ੍ਹਾਂ ਇਹ ਜ਼ਬੂਰ ਲਿਖੇ ਗਏ ਔਰ ਕਿਸ ਤਰ੍ਹਾਂ ਅਸੀਂ ਇਹਨਾਂ ਨੂੰ ਪੜ੍ਹਦੇ ਹਾਂ। ਔਰ ਅਸੀਂ ਸਿਰਫ ਇਹਨਾਂ ਨੂੰ ਪੜ੍ਹਦੇ ਹੀ ਹਾਂ, ਬਲਕਿ ਅਸੀਂ ਸਮਝ ਨਹੀਂ ਸਕਦੇ। ਲੇਕਿਨ ਜੋ ਖੁਦਾ ਦੇ ਦਾਸ ਹੈ, ਜਿਨ੍ਹਾਂ ਨੂੰ ਬਹੁਤ ਇਸ ਚੀਜ਼ ਬਾਰੇ ਦਿਨ ਰਾਤ ਜੋ ਇਸ ਦੇ ਉੱਤੇ ਆਪਣਾ ਜਾਣਕਾਰੀ ਰੱਖਦੇ ਹਨ, ਉਹ ਸਾਨੂੰ ਚੰਗੀ ਤਰ੍ਹਾਂ ਜਦੋਂ ਸਮਝਾਉਂਦੇ ਹਨ, ਉਸਦੇ ਵਿੱਚ ਸਾਨੂੰ ਪਤਾ ਲੱਗਦਾ ਕਿ ਅਸੀਂ ਇਹਨਾਂ ਜ਼ਬੂਰਾਂ ਨੂੰ ਅਸੀਂ ਕਿਸ ਤਰ੍ਹਾਂ ਬਿਆਨ ਕਰਦੇ ਹਾਂ, ਕਿਸ ਤਰ੍ਹਾਂ ਅਸੀਂ ਇਸ ਨੂੰ ਸਮਝ ਸਕਦੇ ਹਾਂ। ਮੈਂ ਅੱਜ ਦੇ ਇਸ ਜ਼ਬੂਰ ਵਿੱਚ ਇੰਨਾ ਹੀ ਕਹਿਣਾ ਚਾਹੂੰਗੀ। ਥੈਂਕ ਯੂ। Thank you ਇਸ ਰਿਫਲੈਕਸ਼ਨ ਲਈ। ਐਂਡ ਵਾਈਂਡ ਅਪ ਕਰਨ ਤੋਂ ਪਹਿਲਾਂ ਮੈਂ ਚਾਹੂੰਗੀ ਕਿ ਪਾਸਟਰ ਜੀ ਜੋ ਜ਼ਬੂਰ 9 ਦੀ ਆਖਰੀ ਰਿਕਾਰਡਿੰਗ ਹੈ ਉਹ ਸਾਡੇ ਲਈ ਪਲੇ ਕਰਨ। अच्छा ऐ ते होई है ना। So next one, yes. I think हाँ जी। या रब कर रहमत वेखी तू दुख देंदे दुश्मन बंदे नू। या रब कर रहमत वेखी तू दुख देंदे दुश्मन बंदे नू। की मौत दे बूहियां थों सदा उठांदा मैं है खुदा। की मौत दे बूहियां थों सदा उठांदा मैनू है खुदा। या रब कर रहमत वेखी तू दुख देंदे दुश्मन बंदे नू। ਥੈਂਕ ਯੂ ਇਸ ਰਿਕਾਰਡਿੰਗ ਲਈ। ਐਂਡ ਮੈਂ ਧੰਨਵਾਦ ਕਰਦੀ ਹਾਂ ਜਿਹੜੇ ਸਾਰੇ ਅੱਜ ਦੇ ਇਸ ਐਪੀਸੋਡ ਵਿੱਚ ਸਾਡੇ ਨਾਲ ਲਾਈਵ ਆਏ ਤੇ ਸਾਡੇ ਨਾਲ ਸ਼ਾਮਲ ਹੋਇਆ। ਅਸੀਂ ਤੁਹਾਡੇ ਸਾਰੇ ਨਾਲ ਫਿਰ ਨੂੰ ਥਰਸਡੇ ਨੂੰ ਮਿਲ ਕੇ ਇਸ ਤਰ੍ਹਾਂ ਦਾ ਉੱਤੇ ਜ਼ਬੂਰ ਤੇ ਗੌਰ ਕਰਾਂਗੇ। ਥੈਂਕ ਯੂ। Bye bye.